है पता नहीं की बनाया जी भाई बग्गे ने जनाब पुछने जनाब है की कीता जी। हाँ जी की हाल ने ठीक ठाक हो ते की कीता जी है की बनाया जी ऐसी यार ਇਹ ਬਣਾਇਆ ਕਿ ਜਦੋਂ ਲੱਗਿਆ ਰੂੜੀ ਲੱਗੀ ਦੀ ਪੈਲੀ अच्छा ਤੇ ਜਿਹੜਾ ਬੁੱਢੀ ਬੰਦਾ ਜਾਂਦੇ ਸੀ ਉਹ ਫਾਰਮ ਦੇ ਨਾਲ ਲੱਗਦਾ ਸੀ ਚੁੱਚੇ ਡਰ ਕੇ ਪਿੱਛੇ ਹੋ ਜਾਂਦੇ ਸੀ। अच्छा 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 ਉਹ ਫਿਰ ਮੈਂ ਕਿਹਾ ਚੱਲ ਥੋੜਾ ਅੱਗੇ ਲਾਗੋ ਹੀ ਲੰਘ ਜਾਣ ਕਰਨਗੇ। हाँ परली साइड से ना ਉਹ जाने ਇੱਥੋਂ ਨਾਲ ਦੀ ਹੋ ਕੇ ਲੰਘਦੇ ਸੀ ਨਾ ਹਾਂ, ਤੇ ਠੀਕ ਚੂਚੇ ਹਰ ਟਾਈਮ ਡਰਦੇ ਰਹਿੰਦੇ ਸੀ। ਜਿਹੜਾ ਵੀ ਜਾਂਦਾ ਸੀ ਚੂਚੇ ਕੜਕ ਕਰਦਾ ਚੂਚੇ ਕੜਕ ਕਰਦਾ। हाँ छापर हथ मार के जांदा ਸੀ ਛਾਪ ਨਹੀਂ ਉਹ ਚੂਚੇ ਛਾਪ ਚੁੱਕਦੀ ਆ ਨਾ हाँ हाँ ਤੇ ਚੂਚੇ ਨਾਲ ਲੱਗੇ ਹੁੰਦੇ ਨੇ। ਹੁਣ ਇੱਥੋਂ ਜਦੋਂ ਥੋੜਾ ਲਾਗੋ ਲੰਘ ਗਏ ਤੇ ਚੂਚੇ ਡਰਦੇ ਨਹੀਂ। ठीक है मैं क्या कोई नवी साइंस वाला ला लिया लो जी जनाब ठीक हो गया जी इथों लंघन वास्ते बनाया जी ਆ ਨੰਗਨ ਵਾਸਤੇ ਬਣਾ ठीक है चलिए जी अंदर ਆ ਜਾ ਤੇ ਦੋਸਤੋ ਆ ਗਏ ਜਨਾਬ ਭਾਈ ਬੱਗੇ ਦੇ ਸ਼ੈੱਡ ਦੇ ਵਿੱਚ ਤੇ ਜਨਾਬ ਉਹਨਾਂ ਦੇ ਚੂਜ਼ੇ ਚੈੱਕ ਕਰ ਲਈਏ। ਇਹ ਜਨਾਬ ਭਾਈ ਉਹਨਾਂ ਦਾ ਮਾਲ ਤਾਂ ਇਹ ਭਾਈ ਕਾਫੀ ਆ ਹਾਂ ਲੱਗ ਜਾਣਗੇ 2 ਦਿਨ। ਆ ਦੋ ਦਿਨ ਆ ਜੁਮਾ ਕੱਲ ਨਹੀਂ ਆਉਂਦਾ। ਕੱਲ ਨਹੀਂ ਇਹ ਗੱਲ ਜੁਮਾ ਸੀ ਚਲੋ ਜੀ ਠੀਕ ਹੈ ਜੀ। ਦੂਸਰਾ ਵੇਖ ਲਈਏ ਜੀ ਜਨਾਬ ਦੂਸਰਾ ਵੀ ਵੇਖ ਲਿਆ ਦੂਸਰਾ ਇਹ ਵੀ ਹੈ ਜੀ ਮੋਟਾ ਮਾਲ ਤੇ ਕਾਲਾ ਕਿੰਨਾ ਸੋਹਣਾ ਮਾਲ ਲੱਗਦਾ ਜੀ ਇਹ ਵਾਲਾ। ਹੋਰ ਕਿਹੜਾ ਨਾ ਉਹਦੇ ਨਾਲ ਅੱਜ ਹੋਰ ਆ ਜਾਏ ਇਹ ਜਿਹੜਾ ਮੋਟਾ ਮਾਲ ਹੈ ਉਹਦੇ ਨਾਲ ਦਾ ਹੋਰ ਲਿਆਣਾ। ਆ ਜਿਲਣ ਹੋਰ ਚਲੋ ਅੱਲਾ ਖੈਰ ਕਰੇ ਆ ਜਾਓ ਫਿਰ ਚੱਲੀਏ ਬਾਹਰ। ਇਹ ਜੀ ਇਹ ਜਨਾਬ ਹੁਣਾਂ ਦੀ ਦੇਖੋ ਜੀ ਪਿੰਜਰੀ ਬਿਲਕੁਲ ਢੱਕੀ ਦੀ ਜਨਾਬ ਬਾਹਰ ਹੀ ਖਿਲਾਰ ਰੱਖਦੇ ਨੇ। ਲਾਹੋ ਜਿਹੜਾ ਚੱਪਲ ਦੋਸਤਾਂ ਨੂੰ ਵਿਖਾ ਦਈਏ ਕਿ ਇਸ ਪਿੰਜਰੀ ਤੇ ਦਿਹਾੜੀਆਂ ਲਾ ਰਹੇ ਨੇ ਜਨਾਬ ਹੁਣੇ। ਇਹ ਪਿੰਜਰੀ ਬਣਾਈ ਦੀ ਭਾਜੀ ਹੁਣਾਂ ਨੇ। ਹੁਣ ਚੱਲੀਏ ਆਸਤਾ ਆਸਤਾ ਠੀਕ ਹੈ ਜੀ ਹੁਣ ਇਹਨਾਂ ਨੇ ਜਨਾਬ ਉਹ ਚੂਜ਼ਾ ਪਾਉਣਾ ਤੇ ਨਿਕਲਣ ਦੀ ਕਰਨਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम दोस्तों की हाल चाल जी ठीक ठाक हो भाई बग्गे ਦਾ ਮਾਲ ਤੁਸੀਂ ਚੈੱਕ ਕਰ ਹੀ ਲਿਆ। ਠੀਕ ਹੈ ਜੀ ਮਾਲ ਅੱਜ ਕਹਿੰਦੇ ਨੇ ਕਿ ਜਿਹੜਾ ਉਹ ਮੋਟਾ ਨਹੀਂ ਮਾਲ ਜਿਹੜਾ ਕਿਲੋ 2 ਕਿਲੋ ਵਾਲਾ ਉਹ ਕਹਿੰਦਾ ਹੋਰ ਆ ਜਾਣਾ। ਇਹ ਤੇ ਅਜੇ ਮੁੱਕਿਆ ਨਹੀਂ ਤੇ ਹੋਰ ਲੈ ਆਂਦਾ। ਨਹੀਂ ਥੋੜੇ ਜਨਮ ਰਹਿ ਗਏ 10-12 ਜਨਮ। ਅੱਛਾ ਅੱਛਾ ਮਤਲਬ ਹੋਰ ਆ ਜਾਣਾ ਫਿਰ ਅੱਗੋਂ ਉੱਥੋਂ ਗੱਡੀਆਂ ਭਰੋ ਕੇ ਮਾਲ ਲਾਓ ਤਾਂ ਜਾਣਾ। ਹਾਂ ਉਹ ਭਾਈ ਦਾ ਜਿਹੜਾ ਹੈ ਜੀ ਅੱਜ ਹਫਤਾ ਤੇ ਅੱਜ ਉਹਦਾ ਆਖਰੀ ਦਿਨ ਆ। ਅੱਜ ਨੂੰ ਲਾਹੌਰ ਭੇਜਣਾ ਜਿਹੜਾ ਬਕਾਇਆ ਤੁਸੀਂ ਚਾਹੁੰਦੇ ਕਿ ਅਸੀਂ ਵੀ ਲਿਆ ਕੇ ਰੱਖ ਲਈਏ। ਆ ਤਾਂ ਮੈਂ ਕਿਹਾ ਚਲ ਅਸੀਂ ਲਿਆ ਕੇ ਰੱਖ ਲਈਏ ਬਾਅਦ ਚ ਕਿੱਥੋਂ ਲੱਭਣਾ ਫਿਰ। ਹਾਂ ਠੀਕ ਹੈ ਭਾਈ ਬੱਗਾ ਜੀ ਕੋਈ ਕਮੈਂਟ ਆਏ ਦੇ ਨੇ ਭਾਈ ਹੁਣੀ ਕਹਿੰਦੇ ਨੇ ਕਿ ਜਨਾਬ ਜਿਹੜਾ ਤੁਸੀਂ ਭਾਈ ਬੱਗਾ ਮਾਲ ਵੇਚਦਾ ਫੇਰੀਵਾਨ ਜਾਂ ਭਾਈ ਬੱਗਾ ਲੈ ਕੇ ਜਾਂਦੇ ਜਾਂ ਫੇਰੀਵਾਨ ਜਿਹੜੇ ਤੁਸੀਂ ਜਿਸ ਜਗ੍ਹਾ ਤੇ ਖੁੱਡਿਆਂ ਤੇ ਤੁਸੀਂ ਲੈ ਕੇ ਜਾਂਦੇ ਹੋ ਉਹ ਖੁੱਡੇ ਵਾਲੇ ਜਿਹੜੇ ਨੇ ਉਹ ਮਾਲ ਨੂੰ ਫਿਰ ਅੱਗੇ ਫਰੋਖਤ ਕਰਦੇ ਨੇ। ਇਸੇ ਤਰ੍ਹਾਂ ਜ਼ਿੰਦਾ ਫਰੋਖਤ ਕਰਦੇ ਨੇ ਜਾਂ ਗੋਸ਼ਤ ਬਣਾ ਕੇ ਫਰੋਖਤ ਕਰਦੇ ਨੇ। ਉਸ ਤੋਂ ਬਾਅਦ ਜਨਾਬ ਕਹਿੰਦੇ ਨੇ ਕਿ 1 ਕਿਲੋ ਦੇ ਵਿੱਚੋਂ ਨਾ ਕੀਆ ਜ਼ਿੰਦਾ ਤੁਸੀਂ 1 ਕਿਲੋ ਕਿੰਨੇ ਦਾ ਦਿੰਦੇ ਹੋ ਤੇ ਉਹ ਕਿਲੋ ਦੇ ਵਿੱਚੋਂ ਕਿੰਨਾ ਨਿਕਲਦਾ ਗੋਸ਼ਤ 1 ਕਿਲੋ ਦੇ ਪਹਿਲੇ ਤੁਸੀਂ ਉਹ ਜਵਾਬ ਦਿਓ। ਪਹਿਲੇ ਤੁਸੀਂ ਉਹ ਵਾਲਾ ਜਵਾਬ ਦਿਓ ਕਿ ਜਨਾਬ ਉਹ ਤੁਸੀਂ ਉਹਨਾਂ ਨੂੰ ਜਿਹੜਾ ਮਾਲ ਦੇ ਕੇ ਆਉਂਦੇ ਹੋ ਹਾਂਜੀ ਉਹ ਅਸੀਂ ਜ਼ਿੰਦਾ ਦੇ ਕੇ ਆਨੇ ਆ। ਠੀਕ ਹੈ ਤੇ ਉਹ ਵੀ ਅੱਗੇ ਅਸੀਂ ਮਸਾਲਾ 1000 ਰੁਪਏ ਕਿਲੋ ਦੇ ਕੇ ਆਨੇ ਆ ਨਾ ਤੇ ਉਹ ਅੱਗੇ 1200 ਰੁਪਏ ਕਿਲੋ ਵੇਚਦੇ ਨੇ। ਠੀਕ ਹੈ 1200 ਜ਼ਿੰਦਾ ਵੇਚਦੇ ਜ਼ਿੰਦਾ ਹੀ ਆ। ਫਿਰ ਜ਼ਿੰਦਾ ਦੇ ਕੇ 1200 ਰੁਪਏ ਕਿਲੋ ਤੇ ਫਿਰ ਉਹਨੂੰ ਜ਼ਿਬਾ ਕਰ ਦਿੰਦੇ ਨੇ ਬਾਅਦ ਚ। ਅੱਛਾ ਯਾਨੀ ਕਿ ਕਿਸੇ ਨੇ ਜ਼ਿਬਾ ਕਰਾ ਲਈ ਕਿਸੇ ਨੇ ਜ਼ਿੰਦਾ ਖੜਨਾ ਜ਼ਿੰਦਾ ਲੈ ਜੀ। ਤੁਸੀਂ 1000 ਰੁਪਏ ਕਿਲੋ ਦੇ ਗਿਆ ਤੇ ਜ਼ਿੰਦਾ ਫਿਰ ਅੱਗੇ ਜਦੋਂ ਗਾਹਕ ਖੁੱਡੇ ਵਾਲੇ ਕੋਲ ਗਾਹਕ ਆਂਦਾ ਹਾਂ ਠੀਕ ਹੈ ਉਹ ਗਾਹਕ ਜਿਹੜਾ ਉਹ ਵੀ ਜ਼ਿੰਦਾ ਹੀ ਲੈਂਦਾ ਦੁਕਾਨ ਦਾ ਜ਼ਿੰਦਾ ਹੀ ਲੈਂਦਾ ਜ਼ਿੰਦਾ ਪਹਿਲੇ ਉਹ ਤੋਲਦਾ ਜ਼ਿੰਦੇ ਨੂੰ ਜ਼ਿੰਦੇ ਨੂੰ ਤੋਲਦਾ ਇਹਨਾਂ 1200 ਗ੍ਰਾਮ ਹੋ ਗਿਆ ਤੁਹਾਡੇ ਇੰਨੇ ਪੈਸੇ ਬਣ ਗਏ। ਹਾਂ ਤੇ ਬਾਅਦ ਦੇ ਵਿੱਚ ਉਹਨੂੰ ਜ਼ਿਬਾ ਕਰਦਾ ਬਾਅਦ ਜ਼ਿਬਾ ਕਰਦਾ ਜੀ ਭਾਈ ਜਾਨ ਪਹਿਲੇ ਇਹ ਜ਼ਿੰਦਾ ਹੀ ਦਿੰਦੇ ਨੇ ਤੇ ਜ਼ਿੰਦਾ ਹੀ ਅੱਗੇ ਸੇਲ ਹੁੰਦਾ ਤੇ ਬਾਅਦ ਵਿੱਚ ਕਿਸੇ ਦੀ ਮਰਜ਼ੀ ਹੈ ਉਹ ਜ਼ਿਬਾ ਕਰਵਾ ਕੇ ਲੈ ਜੇ ਕਿਸੇ ਦੀ ਮਰਜ਼ੀ ਉਹ ਜ਼ਿੰਦਾ ਕਰਕੇ ਇਹਨੇ ਖੜਨਾ ਘਰ ਵਾਸਤੇ ਤੇ ਉਹ ਘਰ ਲੈ ਕੇ ਜਾ ਸਕਦਾ। ਤੇ 1 ਕਿਲੋ ਦੇ ਵਿੱਚ ਕਹਿੰਦੇ ਨੇ ਕਿ ਕਿੰਨਾ ਨਿਕਲਦਾ ਮਾਲ 600 ਗ੍ਰਾਮ 1000 ਗ੍ਰਾਮ ਦੇ ਵਿੱਚੋਂ 600 ਗ੍ਰਾਮ ਗੋਸ਼ਤ ਨਿਕਲਦਾ 600 ਸਵਾ 600 ਬਸ ਇੰਨਾ ਗੋਸ਼ਤ ਨਿਕਲਦਾ ਜੀ ਭਾਈ ਜੀ 1 ਕਿਲੋ ਜਿਹੜਾ ਹੁੰਦਾ ਨਾ ਮਾਲ ਉਹਦੇ ਵਿੱਚ ਜ਼ਿੰਦਾ ਜਿਹੜਾ ਉਹਦੇ ਵਿੱਚੋਂ ਜਨਾਬ ਜਦੋਂ ਜ਼ਿਬਾ ਕਰਨ ਤੋਂ ਬਾਅਦ ਸਫਾਈ ਕਰ ਕੇ ਤੇ ਫਿਰ 600 ਗ੍ਰਾਮ ਭਾਈ ਜੀ ਹੁਣੀ ਕਹਿੰਦੇ ਨੇ ਕਿ ਮਾਲ ਨਿਕਲਦਾ ਉਹਦੇ ਵਿੱਚੋਂ। ਦੂਸਰਾ ਕਮੈਂਟ ਭਾਈ ਬੱਗਾ ਜੀ ਕਹਿੰਦੇ ਨੇ ਕਿ ਜਨਾਬ 400 ਗ੍ਰਾਮ ਵਾਲੇ ਮੁਰਗੇ ਦਾ ਕੀ ਰੇਟ ਨਿਕਲਿਆ। 400 ਗ੍ਰਾਮ ਵਾਲਾ 400 ਗ੍ਰਾਮ ਜਾਂ 500 ਗ੍ਰਾਮ ਹੋ ਗਿਆ। ਸਾਡੇ ਇਲਾਕੇ ਜਿਹੜੇ ਫੇਰੀਵਾਨ ਨੇ ਉਹਨਾਂ ਨੇ 930 ਰੁਪਏ ਕਿਲੋ ਉਹਨਾਂ ਦਾ ਰੇਟ ਨਿਕਲਿਆ ਵਾ। ਅੱਛਾ ਇਹ ਦੂਰ ਦੇ ਫੇਰੀਵਾਨ ਨੇ ਉਹਨਾਂ ਦਾ ਨਿਕਲਿਆ 800 ਤੋਂ 90 ਰੁਪਏ ਰੇਟ ਨਿਕਲਿਆ। ਅੱਛਾ ਜੇ ਲੱਗ ਗਿਆ ਉਹਨਾਂ ਨੂੰ 40 ਰੁਪਏ ਤਾਂ ਮਹਿੰਗਾ ਦਿੱਤਾ ਜਾਂਦਾ ਵਾ। ਉਹ ਲਾਗੇ ਦੇ ਹੁੰਦੇ ਜਾਂ ਦੂਰੋਂ ਫਿਰ ਚੱਲ ਕੇ ਆਉਣਾ ਤੇਲ ਫਿਰ ਵੀ ਫੂਕ ਕੇ ਆਉਣਾ ਹੁੰਦਾ ਵਾ। ਠੀਕ ਹੈ ਤੇ ਇਸ ਵਾਸਤੇ ਉਹਨਾਂ ਨੇ ਫਿਰ ਇਕੱਠਾ 500 ਕਿਲੋ ਪਾਉਣਾ ਹੁੰਦਾ ਵਾ। ਦੂਰ ਵਾਲਿਆਂ ਨੇ ਜ਼ਿਆਦਾ ਮਾਲ ਚੁੱਕਣਾ ਹੁੰਦਾ ਤੇ ਲਾਗੇ ਵਾਲਿਆਂ ਨੇ 20-30 ਕਿਲੋ 40 ਕਿਲੋ ਚੁੱਕਣਾ ਹੁੰਦਾ ਮਾਲ ਤੇ ਉਹ ਜਿਹਦੀ ਵਜ੍ਹਾ ਤੋਂ ਫਿਰ ਆ ਗਿਆ ਉਹਦਾ ਰੇਟ ਜਾਂ ਥੋੜਾ ਡਾਊਨ ਕਰਨਾ ਪੈਂਦਾ ਤੇ ਉਹਦਾ ਤੇਜ਼ ਕਰਨਾ ਪੈਂਦਾ। ਨੇ ਬੱਗਾ ਭਾਈ ਕਹਿੰਦੇ ਨੇ ਕਿ ਜਨਾਬ ਜਿਹੜੇ ਲਾਗੇ ਦੇ ਫੇਰੀਵਾਲ ਹੁੰਦੇ ਜਿਹੜੇ 30-35 ਕਿਲੋ ਪਾਉਣ ਵਾਲੇ ਨੇ ਉਹਨਾਂ ਨੂੰ 930 ਰੁਪਏ ਇਸ ਟਾਈਮ ਰੇਟ ਮਿਲਦਾ ਪਿਆ ਵਾ ਤੇ ਜਿਹੜੇ ਨੇ 500 600 1000 ਕਿਲੋ ਪਾਉਣ ਵਾਲੇ ਉਹਨਾਂ ਨੂੰ 890। ਅਗਰ ਕੋਈ ਜ਼ਿਆਦਾ ਪਾਏਗਾ ਤਾਂ ਉਹਨੂੰ ਹੋਰ ਲੈਸ ਹੋ ਜਾਂਦੀ ਹੈ। ਇਸ तरह ਗੱਲ ये तीसरा कमेंट है जनाब अस्सलाम वालेकुम भाई मैं सिटी हाफसाबाद से हूँ
ਠੀਕ ਹੈ ਜੀ। ਉਹ ਆਂਡੇ ਵੇਚਣਾ ਚਾਹੁੰਦੇ ਨੇ, ਤੇ ਉਹ ਉਹਨਾਂ ਨੇ ਆਂਡੇ ਵਾਲੀ ਮੁਰਗੀਆਂ ਰੱਖੀਆਂ ਨੇ, ਪਹਿਲੇ ਵੇਚਦੇ ਸੀ ਆਂਡਾ, ਲੇਕਿਨ ਉਹ ਪਹਿਲੇ ਵੇਚ ਜਾਂਦੇ ਗਲੀਆਂ ਮਹੱਲੇ 'ਚ ਵੇਚ ਜਾਂਦੇ ਸਰਦੀਆਂ ਸੇਲ ਨਹੀਂ 'ਚ। ਹੁੰਦੀ। ਹੁਣ ਸੇਲ ਨਹੀਂ ਹੋ ਰਹੀ, ਤੇ ਹੁਣ ਉਹਨਾਂ ਨੂੰ ਕੋਈ ਪੱਕਾ ਜਗ੍ਹਾ ਦੱਸੋ ਜਿੱਥੇ ਕਿ ਉਹ ਆਪਣਾ ਆਂਡਾ ਸੇਲ ਉਹ ਕਰਨ। ਆ ਜੇ ਸਾਹਿਬ ਅੱਜ ਟਾਈਮ ਕੱਢ ਕੇ ਤੇ ਹਾਜੀ ਨਸੀਰ ਨੂੰ ਦਫ਼ਤਰ ਆ ਕੇ ਮਿਲ ਲੇ, ਅੱਛਾ, ਤੇ ਫਿਰ ਉਹਦੇ ਕੋਲ ਜਿੰਨਾ ਵੀ ਆਂਡਾ ਸਾਰਾ ਉਹਨੂੰ ਪਹੁੰਚਾ ਦੇ ਕਰੇ। ਹਾਫਸਾਬਾਦ ਗੁਜਰਾਂਵਾਲੇ ਦੇ ਨਾਲ ਹੀ ਆ, ਲੱਗ ਗਈ ਹੈ, ਕੋਈ ਠੀਕ ਹੈ, ਸਫਰ ਨਹੀਂ। ਕੋਈ ਏਡਾ ਸਫਰ ਨਹੀਂ ਹੈਗਾ। ਆ ਤੇ ਉਹ ਕੋਈ ਗੱਲ ਨਹੀਂ, 12 ਮਹੀਨੇ ਆਂਡਾ ਉਹਨੂੰ ਹਾਜੀ ਨਸੀਰ ਨਾਲ ਆ ਕੇ ਬਹਿ ਕੇ ਗੱਲ ਕਰਕੇ ਉਹਨੂੰ ਉਹਦੇ ਦੇ ਕਰੇ। ਉਹਦੇ ਜਿਹੜੇ ਨਾ ਦੂਸਰੇ ਦਿਨ ਨਾ ਉਹਦਾ ਛਿੱਕਾ ਹੋ ਜਾਂਦਾ ਇੱਕ। ਸ਼ਿਕਾ ਬਹੁਤ ਥੋੜੇ ਆਉਂਦੇ ਨੇ। ਹੂੰ ਉਹ ਫਿਰ ਇਸ ਤਰ੍ਹਾਂ ਕਰੇ ਕਿ ਲਾਗੇ ਜਿਹੜਾ ਪਰਚੂਨ ਵਾਲਾ ਦੁਕਾਨਦਾਰ ਨਾ ਕੋਈ ਵੀ ਉਹਦੇ ਮਹੱਲੇ ਵਿੱਚ ਹੀ, ਹੂੰ, ਉਹਨੂੰ ਨਾ ਬਰਿਆਲੇ ਦੇ ਰੇਟ ਤੇ ਦੇ ਕਰੇ, ਤੇ ਉਹ ਤੇ ਦੇ ਰਿਹਾ 20 ਰੁਪਏ ਦੇ ਉਹ ਲੈ ਰਹੇ ਨੇ। ਕੋਈ ਗੱਲ ਨਹੀਂ, ਫਿਰ ਠੀਕ ਹੈ। ਕਹਿੰਦਾ ਕਿ 12 ਰੁਪਏ ਮੈਨੂੰ ਮੁਰਗੀ ਮੇਰਾ ਖਰਚਾ ਕਰਦੀ ਵੀ ਆ, ਆਹ ਠੀਕ ਤੇ ਹੈ। 20 ਰੁਪਏ ਆਂਡਾ ਵਿਕਦਾ ਪਿਆ। ਉਹ ਫਿਰ ਸਭ ਤੋਂ ਬਿਹਤਰ, ਕਿਉਂਕਿ ਜ਼ਿਆਦਾ ਆਂਡਾ ਫਿਰ ਹੈਚਰੀਜ਼ ਦੇ ਲੈਂਦੇ ਆ। ਭਾਈ ਹੁਣੀ ਕਹਿੰਦੇ ਨੇ ਕਿ ਅਗਰ ਤੁਹਾਡਾ ਕੋਲ ਜ਼ਿਆਦਾ ਆਂਡਾ ਹੋ ਜਾਂਦਾ ਤੇ ਕਿੰਨੇ ਕੁ ਦਿਨ ਸਟਾਕ ਹੋ ਸਕਦਾ ਹੈ? ਇਹ ਆਂਡਾ 15 ਦਿਨ ਵੀ ਖਰਾਬ ਨਹੀਂ ਹੁੰਦਾ। 15 ਦਿਨ ਵੀ ਖਰਾਬ ਨਹੀਂ ਹੁੰਦਾ। ਕੁਝ ਕਿ ਵਿੱਚ ਮੁਰਗੇ ਨਾਲ ਆਂਡਾ ਲੈ ਰਿਹਾ ਜਾਂ ਕ੍ਰਾਸ ਲੈ ਰਿਹਾ, ਕ੍ਰਾਸ ਕਰਾਸ ਲੈ ਰਿਹਾ, ਠੀਕ ਹੈ। ਫਿਰ ਉਹ ਦੋ ਦੁਕਾਨਾਂ ਤੇ ਰਾਬਤਾ ਕਰ ਲੇ, ਠੀਕ ਹੈ। ਤੇ ਦੋ ਦੁਕਾਨਾਂ ਦੇ 5 7 10 15 ਆਂਡੇ ਇੱਕ ਦੁਕਾਨ ਦੇ 10 15 ਇੱਕ ਦੇ ਉਹ ਦੇ ਰਿਹਾ, ਫਿਰ ਠੀਕ ਹੈ। ਉਹ ਦੇ ਰਿਹਾ, ਕਹਿੰਦੇ ਕਿ ਥੋੜਾ ਰੇਟ ਘੱਟ ਹੈ। ਰੇਟ ਘੱਟ ਤਾਂ ਕੋਈ ਗੱਲ ਸੀ ਗੱਲ ਨਹੀਂ। ਫਿਰ ਇਹ ਚੀਜ਼ ਵਾਸਤੇ ਜਿਹੜਾ ਆਂਡਾ ਫਿਰ ਚੌਥੇ ਦਿਨ ਤੱਕ ਲੱਗਦਾ ਹੁੰਦਾ, ਹੂੰ, ਤੇ ਚੌਥੇ ਦਿਨ ਦਾ ਆਂਡਾ ਅਗਰ ਪੇਟੀ ਹੋਏਗੀ ਤੇ ਫੇਰ ਵੀ ਉਹਦਾ ਕਿਰਾਇਆ ਭਰਾ ਬਣੇਗਾ ਨਾ ਏਡੀ ਦੂਰ ਆਉਣ ਦਾ। ਹਾਂ, ਇਹ ਤੇ ਗੱਲ ਹੈ। ਕਿਉਂਕਿ ਮੁਰਗੀ ਥੋੜੀ ਆ, ਉਹਦਾ ਹੱਲ ਹੈ ਹੀ ਆ। ਭਾਈ ਹੁਣੀ ਕਹਿੰਦੇ ਨੇ ਕਿ ਜਨਾਬ ਅਗਰ ਤੇ ਤੁਹਾਡੇ ਕੋਲ ਆਂਡਾ ਜ਼ਿਆਦਾ ਹੈ ਤਾਂ ਫਿਰ ਤੁਸੀਂ ਜਨਾਬ ਹੈਚਰੀ ਹਾਜੀ ਨਸੀਰ ਸਾਹਿਬ ਗੁਜਰਾ ਵਾਲੇ ਨੇ, ਉਹਨਾਂ ਨਾਲ ਰਾਬਤਾ ਕਰੋ। ਨੰਬਰ ਲਿਖੋ ਜੀ, ਲਿਖਾਓ 0300 ਜੇ 300 ਪੂਰਾ 0300 ਪੂਰਾ 9644 9644 546 546। ਤੁਸੀਂ ਇਸ ਨੰਬਰ ਤੇ ਰਾਬਤਾ ਕਰ ਲੈਣਾ ਜੇ, ਠੀਕ ਹੈ ਜੀ। ਅਗਰ ਤੇ ਥੋੜੇ ਬਹੁਤੇ ਵੀ ਲੈ ਲੈਂਦੇ ਨੇ ਆਂਡੇ, ਜੇ ਤੇ ਪੇਟੀ ਲੈਂਦੇ ਨੇ ਫਿਰ ਵੀ ਹੈ, ਆ ਪੇਟੀ ਤੇ ਜੇ ਅਗਰ ਘੱਟ ਵੀ ਲੈ ਲੈਣਗੇ ਤੁਸੀਂ ਰਾਬਤਾ ਉਹਨਾਂ ਨਾਲ ਕਰਕੇ ਵੀ ਮੇਰੇ ਕੋਲ ਇੰਨੇ ਆਂਡੇ ਹੁੰਦੇ ਨੇ ਤੇ ਮੈਂ ਵੇਚਣਾ ਚਾਹਨਾ ਤੇ ਕਿਸ ਤਰੀਕੇ ਨਾਲ ਮੈਂ ਤੁਹਾਡੇ ਕੋਲ ਲੈ ਕੇ ਆਵਾਂ, ਠੀਕ ਹੈ। ਐਸਾ ਵੀ ਕਰ ਸਕਦੇ ਹੋ। ਦੂਸਰਾ ਤੁਹਾਨੂੰ ਭਾਈ ਹੁਣਾਂ ਨੇ ਦੱਸਿਆ ਕਿ ਜਨਾਬ ਕਿਸੇ ਵੀ ਕਰਿਆਨੇ ਵਾਲੀ ਦੁਕਾਨਾਂ ਤੇ ਤੁਸੀਂ ਰਾਬਤਾ ਕਰੋ, ਉਹਨਾਂ ਨੂੰ ਜਨਾਬ ਉਹਦੇ ਭਾਅ ਨਾਲ ਹੀ ਜਿਹੜੇ ਦੂਸਰੇ ਫਾਰਮੀ ਆਂਡੇ ਨੇ ਉਸੇ ਰੇਟ 'ਚ ਦੇਈ ਜਾਓ, ਕਿਉਂਕਿ ਆ ਗਰਮੀਆਂ ਨੇ ਫਿਰ ਆਂਡਾ ਤੁਹਾਡੇ ਕੋਲ ਥੋੜਾ ਅਗਰ ਜ਼ਿਆਦਾ ਹੁੰਦਾ ਤੇ ਹੈਚਰੀ ਵਾਲੇ ਤੁਹਾਨੂੰ ਰੇਟ ਤਗੜਾ ਦੇਣਾ ਸੀ, ਠੀਕ ਹੈ ਜੀ। ਇਸ ਟਾਈਮ ਹੈਚਰੀ ਦੇ ਵਿੱਚ ਮੇਰੇ ਕੋਲ 27 28 ਰੁਪਏ ਦਾ ਲੱਗਦਾ ਪਿਆ ਆਂਡਾ, ਠੀਕ ਹੈ। ਮਹਿੰਗਾ ਲੱਗਦਾ ਮਹਿੰਗਾ ਲੱਗਦਾ ਹਜੇ ਵੀ ਮਹਿੰਗਾ ਲੱਗਦਾ ਪਿਆ, ਠੀਕ ਹੈ ਨਾ। ਤੇ ਹੁਣ ਤੁਹਾਡੇ ਕੋਲ ਆਂਡੇ ਥੋੜੇ ਹੁੰਦੇ ਨੇ ਤੇ ਤੁਸੀਂ ਹੁਣ ਫਿਲਹਾਲ ਦੁਕਾਨਾਂ ਤੇ ਰਾਬਤਾ ਕਰੋ, ਤੁਸੀਂ ਮਜ਼ੀਦ ਮੁਰਗੀਆਂ ਵਧਾਓ ਤਾਂ ਅੱਲਾ ਖੈਰ ਕਰੇ, ਤੁਹਾਨੂੰ ਆਂਡੇ ਵੇਚਣ ਦੀ ਫਿਰ ਪਰੇਸ਼ਾਨੀ ਨਹੀਂ ਹੋਣੀ, ਤਾਂ ਕਿ ਤੁਹਾਡੀ ਦੂਸਰੇ ਤੀਸਰੇ ਦਾ ਇੱਕ ਪੇਟੀ ਆਂਡੇ ਦੀ ਹੋਵੇ, ਫਿਰ ਤੁਸੀਂ ਹੈਚਰੀ 'ਚ ਲੈ ਕੇ ਜਾਓ, ਫਿਰ ਅੱਛੇ ਰੇਟ 'ਚ ਤੁਹਾਨੂੰ ਵਿਕ ਜੇ ਕਰੇਗੀ। ਅਗਰ ਤੁਹਾਡੇ ਥੋੜੇ ਆਂਡੇ ਨੇ, ਕੋਈ ਰੋਜ਼ ਦਾ ਕੋਈ 10 12 ਆਂਡੇ ਹੁੰਦੇ ਪਏ ਨੇ, ਫਿਰ ਤੁਸੀਂ ਗਲੀ ਮਹੱਲੇ ਦੇ ਵਿੱਚ ਜਿਹੜੇ ਦੁਕਾਨਦਾਰ ਹੈ ਨੇ, ਪਰਚੂਨ ਵਾਲੇ ਵੱਡੇ ਡੀਲਰ ਹੈਗੇ ਨੇ, ਉਹਨਾਂ ਨਾਲ ਰਾਬਤਾ ਕਰ ਲਓ। चौथा कमेंट है भाई जान, कहते हैं कि एक भाई अस्सलाम वालेकुम ज़ाहिर भाई, उस्ताद अशरफ से माशाल्लाह जी क्या बात है जी, ठीक है जी। से पूछ कर बताइए कि 1 महीने का चूजा मिल सकता है तो कितने का मिलेगा? एक चूचे का 1 महीने का चूचा लेना तो जो मिलना यार महंगा ही है, महंगा ही मिलना, क्योंकि लोगों ने 1 महीने तो ਜਾਂ ਫਿਰ 40 ਦਿਨ ਦਾ ਕਰ ਲੈਣਾ ਤੇ ਫਿਰ 400 ਗ੍ਰਾਮ ਦਾ ਚੂਚਾ ਨੂੰ ਮਿਲ ਜਾਏਗਾ। ਮੇਰੇ ਖਿਆਲ ਨਾਲ ਮਿਲਦਾ ਹੀ ਨਹੀਂ ਹੈ, 1 ਮਹੀਨੇ ਤੋਂ ਦਿੰਦਾ ਹੀ ਨਹੀਂ ਹੈਗਾ ਭਾਈ ਜਾਨ। 1 ਮਹੀਨੇ ਦਾ ਚੂਜ਼ਾ ਜਿਹੜਾ ਉਹ ਦਿੰਦਾ ਹੀ ਕੋਈ ਨਹੀਂ ਹੈਗਾ, ਕਿਉਂਕਿ ਦੇਖੋ ਹੁਣ ਅਸੀਂ ਪਾਏ ਨੇ, ਅੱਜ ਸਾਡਾ ਅੱਲਾ ਖੈਰ ਕਰੇ ਸਾਡੇ ਚੂਜ਼ੇ ਨੂੰ 25ਵਾਂ ਦਿਨ ਹੋ ਗਿਆ, ਠੀਕ ਹੈ ਜੀ। ਤੇ ਹੁਣ ਸਾਨੂੰ ਕੋਈ ਕਹੇਗਾ ਸਾਰੀ ਤਾਂ ਅਸੀਂ ਮਾਰਾਂ ਖਾ ਲੀਆਂ ਨੇ, ਵੈਕਸੀਨਾਂ ਕਰ ਲਈਆਂ, ਦਵਾਈਆਂ ਅਸੀਂ ਦੇ ਲਈਆਂ, ਖੁਰਾਕ ਅਸੀਂ ਦੇ ਰਹੇ ਹਾਂ, ਠੀਕ ਹੈ ਜੀ। ਜਿੰਨੇ ਉਹ ਮੁਰਨੇ ਸੀ ਉਹ ਵੀ ਮਰ ਗਏ ਨੇ, ਅੱਲਾ ਖੈਰ ਕਰੇ। ਹੁਣ ਅੱਗੇ ਕਹਿੰਦੇ ਨੇ ਕਿ ਜਨਾਬ ਕੋਈ ਨਹੀਂ, ਮਤਲਬ ਹੋਣੀ ਹੈਗੀ ਹੁਣ, ਠੀਕ ਆ। ਹੁਣ ਉਹਨੇ ਵਜ਼ਨ ਕਰਨਾ ਆ, ਤੇ ਹੁਣ ਸਾਨੂੰ ਕੋਈ ਕਹੇ ਕਿ ਜਨਾਬ ਆਪਣਾ ਚੂਜ਼ਾ ਵੇਚ ਦਿਓ ਤੇ ਅਸੀਂ ਹੁਣ ਵੇਚਾਂਗੇ, ਨਹੀਂ ਵੇਚਾਂਗੇ, ਕਿਉਂਕਿ ਅਸੀਂ ਹੁਣ ਸਾਡੇ ਪੈਸੇ ਬਣਾਉਣ ਦੇ ਟਾਈਮ ਆ ਗਿਆ। ਹੁਣ ਅੱਗੇ ਪੈਸੇ ਲਾਏ ਨੇ, ਹੁਣ ਸਾਡੇ ਉਹਨੇ ਪੈਸੇ ਵਧਾਉਣੇ ਨੇ, ਸਾਨੂੰ ਪੈਸੇ ਵਧਾਉਣ ਦਾ ਟਾਈਮ ਆ ਗਿਆ। ਇਸ ਕਰਕੇ ਮਹੀਨੇ ਦਾ ਚੂਜ਼ਾ ਨਹੀਂ ਮਿਲਣਾ, 40 ਦਿਨ ਦਾ ਮਿਲ ਸਕਦਾ ਆ, 50 ਦਿਨ ਦਾ ਮਿਲ ਸਕਦਾ ਆ, 60 ਦਿਨ ਦਾ ਮਿਲ ਸਕਦਾ, 70 ਦਿਨ ਦਾ ਮਿਲ ਸਕਦਾ, 80 ਦਿਨ ਦਾ ਮਿਲ ਸਕਦਾ ਆ, ਠੀਕ ਹੈ ਜੀ। 100 ਦਿਨ ਦਾ ਮਿਲ ਸਕਦਾ ਆ, 2 ਕਿਲੋ ਵਾਲਾ ਵੀ ਮਿਲ ਸਕਦਾ ਆ, ਲੇਕਿਨ ਭਾਈ ਜੀ 40 ਦਿਨਾਂ ਤੋਂ ਥੱਲੇ ਮਾਲ ਨਹੀਂ ਮਿਲਦਾਗਾ, ਇਹ ਜ਼ਿਹਨ 'ਚ ਰੱਖਣੀ। ਔਰ ਤੁਸੀਂ ਖਰੀਦਣਾ ਵੀ ਨਹੀਂ, ਤੁਹਾਨੂੰ ਮਹਿੰਗਾ ਪੈਣਾ ਜੇ। ਇਸ ਕਰਕੇ ਤੁਸੀਂ 40 ਦਿਨ ਦਾ ਹੀ ਮਾਲ 400 ਗ੍ਰਾਮ ਦਾ ਹੋ ਜਾਂਦਾ ਆ, 400 ਗ੍ਰਾਮ ਦਾ 350 ਗ੍ਰਾਮ ਦਾ ਉਹ ਐਵਰੇਜ ਜਦੋਂ ਕੱਢੋ ਨਾ ਤੇ ਫਿਰ 500 ਗ੍ਰਾਮ ਦੀ ਕਿਲੋ ਨੂੰ 3 ਚੜ ਜਾਂਦੇ, ਉਹ ਤੁਸੀਂ ਲਓ, ਉਹਦੇ 'ਚ ਜ਼ਿਆਦਾ ਪ੍ਰੋਫਿਟ ਹੈਗੀ ਆ, ਉਹਨੂੰ ਤੁਸੀਂ ਪਾਲੋਗੇ ਤਾਂ ਜ਼ਿਆਦਾ ਪ੍ਰੋਫਿਟ ਹੋਏਗੀ। ਛੋਟਾ ਮਾਲ ਅਗਰ ਲਓਗੇ ਨਾ ਤੇ ਮਿਲ ਜਾਏਗਾ, ਹੈਚਰੀਆਂ ਦੇ ਵਿੱਚੋਂ ਮਿਲ ਜਾਂਦਾ ਹੈ ਕਿ ਨਹੀਂ ਮਿਲਦਾ, ਲੇਕਿਨ ਫਿਰ ਤੁਹਾਨੂੰ ਉਹਦੇ ਮਿਲਣਾ ਆ ਨਾ, ਫੀਮ ਦੇ ਭਾਅ ਮਿਲਣਾ, ਮਹਿੰਗਾ ਮਿਲਣਾ। ਇੱਕ ਹੋਰ ਕਮੈਂਟ ਆ ਕਿ ਭਾਈ ਹੁਣੀ ਕਹਿੰਦੇ ਨੇ ਕਿ ਜਿਹੜਾ ਤਰਪਾਲ ਅਸੀਂ ਲਿਆਂਦੀ ਹੈ ਨਾ, ਉਹ ਕਿੰਨੇ ਰੁਪਏ ਫੁੱਟ ਲੈਂਦੀ ਸੀ? ਬਾਈ ਜਾਨ ਤਰਪਾਲ ਜਿਹੜੀ ਅਸੀਂ ਲਿਆਂਦੀ ਸੀ ਨਾ, ਉਹ ਲੈਂਦੀ ਸੀ ਜਨਾਬ 50 ਰੁਪਏ ਫੁੱਟ, ਠੀਕ ਹੈ ਜੀ। ਉਹ ਸਾਨੂੰ 50 ਰੁਪਏ ਫੁੱਟ ਮਿਲੀ ਆ। ਔਰ ਤਰਪਾਲ ਤੁਸੀਂ ਹਲਕੀ ਵੀ ਹੈ ਸੀ, ਲੇਕਿਨ ਭਾਈ ਬੱਗੇ ਨੇ ਸਾਨੂੰ ਖਰੀਦ ਕੇ ਨਹੀਂ ਦਿੱਤੀ। ਉਹਨੇ ਕਿਹਾ ਭਾਈ ਜੀ ਇਹਨੇ ਬਾਹਰ ਰਹਿਣਾ ਹੁੰਦਾ, ਠੀਕ ਹੈ ਨਾ, ਧੁੱਪ ਦੇ ਵਿੱਚ ਰਹਿਣਾ ਹੁੰਦਾ, ਇਹਨੇ ਗੱਲ ਪੜ ਜਾਂਦੀ ਹੈ ਛੇਤੀ, ਉਹ ਖਰੀਦਣੀ ਹੈ ਜਿਹਦੇ ਨਾਲ ਕੋਈ 2-3 ਫਲਾਕ ਨਿਕਲ ਜਾਣ, ਇਸ ਤਰ੍ਹਾਂ ਹੀ ਨਾ ਕੋਈ ਸਾਲ 1.5 ਸਾਲ ਦੇ ਕੱਟੇ, ਠੀਕ ਹੈ ਜੀ। ਇਸ ਕਰਕੇ ਜਨਾਬ ਅਸੀਂ 50 ਰੁਪਏ ਫੁੱਟ ਵਾਲੀ ਲਈ, ਉਸ ਤਰ੍ਹਾਂ 35 ਰੁਪਏ ਫੁੱਟ ਵੀ ਹੈ ਸੀ, 40 ਰੁਪਏ ਫੁੱਟ ਵੀ ਹੈ ਸੀ, ਲੇਕਿਨ ਅਸੀਂ 50 ਰੁਪਏ ਫੁੱਟ ਵਾਲੀ ਲਈ ਹੈ, ਇਸ ਕਰਕੇ ਕਿ ਜਦੋਂ ਟਾਈਮ ਜ਼ਿਆਦਾ ਨਿਕਲ ਜੇ। ਤੇ ਤੁਹਾਡੇ ਇਲਾਕੇ ਦਾ ਹੁਣ ਪਤਾ ਨਹੀਂ ਤੁਹਾਡੇ ਇਲਾਕੇ 'ਚ ਕੀ ਰੇਟ ਹੋਣਗੇ, ਲੇਕਿਨ ਬਹਰਹਾਲ ਤਰਪਾਲ ਜਿਹੜੀ ਹੈ ਨਾ, ਉਹ ਜਿਹੜੀ ਅਸੀਂ ਲਗਾਈ ਹੈ ਨਾ, ਉਹ ਅਸੀਂ ਲਈ ਹੈ 50 ਰੁਪਏ ਫੁੱਟ, ਔਰ ਜਿਹੜੀ ਜਾਲੀ ਲਗਾਈ ਹੈ ਅੰਦਰ ਉਹ ਲਈ ਅਸੀਂ 100 ਰੁਪਏ ਫੁੱਟ, ਠੀਕ ਹੈ ਨਾ। ਤਰਪਾਲ 1 ਨੰਬਰ ਲੈਣੀ ਹੈ, 1 ਨੰਬਰ ਲੈਣੀ ਆ, ਹਾਂ।
ਦੇਖੋ ਛਾਪਰ ਮਹਿੰਗਾ ਆ, ਉਹ 1200 ਰੁਪਏ ਦਾ ਆਇਆ ਵਾ, ਇਹ 5000 ਦੀ 5000 ਰੁਪਏ ਦੀ ਆਈ ਹੈ। ਛਾਪਰ ਮਹਿੰਗਾ ਥਾਂ ਆਇਆ ਤੇ ਛਾਪਰ ਨੇ ਜਲਦੀ ਪੜ ਪੂ ਜਾਣਾ ਖਤਮ ਹੋ ਗਈ। ਹਾਂ ਤੇ ਲੇਕਿਨ ਇਹਨੇ ਨਹੀਂ। ਇਹਨੇ ਨਹੀਂ, ਇਸ ਕਰਕੇ ਨਾ 50 ਰੁਪਏ ਫੁੱਟ ਵਾਲੀ ਅਸੀਂ ਲਈ ਆ। ਤੁਸੀਂ ਵੀ ਕੋਸ਼ਿਸ਼ ਕਰਨੀ ਹੈ ਕਿ 150 200 ਮਹਿੰਗੀ ਲੈ ਲੈਣੀ ਹੈ, ਲੇਕਿਨ ਅੱਛੀ ਲੈ ਲੈਣੀ ਹੈ, ਠੀਕ ਹੈ। ਅੱਗੇ ਇੱਕ ਹੋਰ ਕਮੈਂਟ ਹੈਗਾ ਭਾਈ ਜਾਨ, ਉਹ ਬਾਈ ਹੁਣੀ ਕਹਿੰਦੇ ਨੇ ਕਿ ਜਨਾਬ ਛੱਤ ਦੀ ਜਿਹੜੀ ਘਰ ਦੀ ਜਿਹੜੀ ਛੱਤ ਹੈ ਉਹਦੇ ਉੱਤੇ ਵੀ ਘੱਸੂ ਤੋ ਪਾਣੀ ਜ਼ਰੂਰੀ ਨੇ ਜੀ। ਉੱਤੇ ਕਹੂ ਚੂਚਾਂ ਤੇ ਤੋ ਕਸੂ ਹੀ ਖੇਡਣਾ, ਠੀਕ ਹੈ। ਤੋ ਕਸੂ ਹੋਏਗਾ ਤੇ ਉਹ ਸਹੀ ਰਹੇਗਾ। ਦੇਖੋ ਨਾ ਜਦੋਂ ਪੈਰ ਨੂੰ ਝਾਂਡੀਆਂ ਪੈਣਗੀਆਂ ਤੋ ਤੇ ਫਰਸ਼ ਤੇ ਪਾਓਗੇ ਉਸੇ ਟਾਈਮ ਗਿੱਲੇ ਹੋ ਜਾਣਗੇ, ਗੰਦੇ ਗਿੱਲੇ ਹੋ ਜਾਣਗੇ, ਠੀਕ ਹੈ। ਲੇਕਿਨ ਤੋ ਨੇ ਜੇ ਥਲੇ ਕਸੂ ਪਾਣਾ ਨਾ ਉਹਨੇ ਉਹਦੀ ਸਮਝਿਓ ਨਵੀਂ ਜਿਹੜੀ ਚੁਸਣੀ ਹੈ। ਹਾਂ ਦੇਖੋ ਨਾ ਭਾਈ ਜਾਨ, ਥੱਲੇ ਫਰਸ਼ ਹੋਣਾ ਭਾਈ ਹੁਣੀ ਕਹਿੰਦੇ ਨੇ ਕਿ ਅਗਰ ਚੂਹਾ ਕੱਲਾ ਫਿਰੇਗਾ ਤੇ ਝਾਂਡੀਆਂ ਪੈ ਜਾਣਗੀਆਂ, ਚੂਹਾ ਫਿਰੇ ਟੁਰੇਗਾ ਨਹੀਂ, ਫਿਰ ਠੀਕ ਹੈ, ਖੇਡੇਗਾ ਨਹੀਂ। ਇਸ ਕਰਕੇ ਤੋ ਔਰ ਘੱਸੂ ਜਦੋਂ ਮਿਕਸ ਹੁੰਦਾ ਨਾ, ਜਦੋਂ ਫੋਲਦਾ ਨਾ, ਉਹ ਉਹਲੇ ਉਹਦੀ ਆਪਣੀ ਗਰੋ ਕਰਨ ਦੀ ਉਮਰ ਹੁੰਦੀ ਹੈ, ਠੀਕ ਹੈ ਜੀ। ਉਹਲੇ ਚੂਹਾ ਗਰੋ ਕਰਦਾ ਆ, ਤੇ ਇਸ ਕਰਕੇ ਤੁਸੀਂ ਪਹਿਲੇ ਥੱਲੇ ਪਾਉਣਾ ਹੈ ਨਬ, ਤੇ ਉਹਦੇ ਤੇ ਘੱਸੂ ਪਾਉਣਾ ਹੈ 2-2 3-3 ਇੰਚ, ਉਸ ਤੋਂ ਬਾਅਦ 2-2 ਇੰਚ ਜਿਹੜਾ ਧੋ ਪਾ ਦੇਣਾ, ਤੇ ਫਿਰ ਤੁਸੀਂ ਉਹਦੇ ਤੇ ਮਾਲ ਪਾਉਣਾ ਜੇ। ਜਦੋਂ ਦੋਸਤੋ ਇੱਕ ਨਜ਼ਰ ਮਾਰ ਲਈ ਆਪਣੇ ਸ਼ੈਡ ਤੇ, ਠੀਕ ਹੈ ਨਾ, ਉਹਦੇ ਤੇ ਜਨਾਬ ਤੁਹਾਨੂੰ ਦੱਸੀਏ ਕਿ ਤੋ ਕਿਸ ਤਰ੍ਹਾਂ ਖੁਸ਼ਕ ਰੱਖਣਾ, ਬੈੱਡ ਕਿਸ ਤਰ੍ਹਾਂ ਖੁਸ਼ਕ ਰੱਖਣਾ ਆ, ਇੱਕ ਨਜ਼ਰ ਉਹਦੇ ਤੇ ਮਾਰ ਲਈਏ। ਜੀ ਤਾਂ ਦੋਸਤੋ ਪਹੁੰਚ ਗਏ ਅਸੀਂ ਜਨਾਬ ਆਪਣੇ ਸ਼ੈਡ ਦੇ ਵਿੱਚ, ਤੇ ਮਾਰਨੇ ਵਿਊ, ਦੇਖਦੇ ਹਾਂ ਚੂਜ਼ੇ ਦੀ ਸੂਰਤ ਹਾਲ ਮੌਜੂਦਾ ਅੱਜ ਕੀ ਸੂਰਤ ਹਾਲ ਹੈ ਚੂਜ਼ੇ ਦੀ। ਜੀ ਤਾਂ ਦੋਸਤੋ ਚੱਲੀਏ ਹੁਣ ਅੰਦਰ। ਜਨਾਬ ਤੋ ਖਿਲਾ ਦਿੱਤੇ ਨੇ, ਤੇ ਉਹ ਲੋ ਜੀ ਬੋਰੀ ਨੂੰ ਹੱਥ ਲੱਗ ਗਿਆ। ਲਓ ਜੀ ਚੱਲੀਏ ਜੀ ਅੰਦਰ। ਜੀ ਰਾਣਾ ਸਾਹਿਬ ਜਾਗਦੇ ਹੋ? ਜੀ ਸਰ, ਇੱਕ ਸਿਪਾਹੀ ਬਾਹਰ ਆ ਗਿਆ। ਇਹ ਬਾਹਰ ਫਿਰਦਾ ਪਿਆ ਇਕੱਲਾ ਹੀ? ਹੁਣ ਅੱਬੂ ਅੰਦਰ ਗਿਆ ਨਾ, ਤੇ ਉਹ ਤਾਂ ਹਾਂ ਚੱਲ ਵੀ ਕਾਕਾ ਕੋਈ ਗੱਲ ਨਹੀਂ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਲਓ ਦੋਸਤੋ ਇਹ ਜੀ ਸਾਡੀ ਮਿਹਨਤ, ਠੀਕ ਹੈ ਜੀ। ਇਹ ਜੀ ਜਨਾਬ ਸਾਡਾ ਚੂਜ਼ਾ, ਤੇ ਚੂਜ਼ਾ ਸਾਡਾ ਜਨਾਬ ਤੁਹਾਡੇ ਸਾਹਮਣੇ ਆ। ਤਿੱਤਰਾਂ ਵਾਂਗੂ ਜਨਾਬ ਉਡਾਰੀਆਂ ਮਾਰਦੇ ਨੇ। ਹੁਣ ਬਾਬੇ ਹੋਣੀ ਵੀ ਮੌਜੂਦ ਨੇ, ਬਾਬੇ ਹੋਣਾ ਨਾਲ ਵੀ ਕੋਈ ਗੱਲਬਾਤ ਕਰਨੇ ਆ। ਇਹ ਦੇਖਦੇ ਪਏ ਤੁਸੀਂ ਇਹ ਚੀਜ਼, ਠੀਕ ਹੈ ਨਾ, ਇਹ ਜੇ ਖੁਸ਼ਕ ਜਿਹਦੀ ਬਾਰ-ਬਾਰ ਅਸੀਂ ਗੱਲ ਕਰਨੇ ਆ ਕਿ ਜਨਾਬ ਬੈੱਡ ਜਿਹੜਾ ਇਹ ਬੈੱਡ ਹੈਗਾ ਜੀ, ਇਹਨਾਂ ਦੀ ਥੱਲੜੀ ਜਗ੍ਹਾ ਦੇਖੋ। ਮੈਂ ਹੱਥ ਲਾ ਰਿਹਾ ਲੇਕਿਨ ਕੋਈ ਚੀਜ਼ ਨਹੀਂ ਦੇਖਣਾ, ਮੇਰੇ ਪੋਟੇ ਵੀ ਬਿਲਕੁਲ ਖੁਸ਼ਕ ਨੇ, ਇਹ ਦੇਖਦੇ ਤੁਸੀਂ, ਠੀਕ ਹੈ। ਇਹ ਚੀਜ਼ ਖੁਸ਼ਕ ਹੋਣੀ ਚਾਹੀਦੀ ਹੈ। ਇਹ ਚੀਜ਼ ਭਾਈ ਬੱਗਾ ਕਹਿੰਦੇ ਨੇ, ਇਹ ਦਿਖਾ ਰਹੀ ਹੈ ਬਿੱਠ ਵੀ ਹੈਗੀ ਹੈ, ਇਹ ਬਿੱਠਾਂ ਨੇ ਇਹਨਾਂ ਦੀਆਂ ਖੁਸ਼ਕ ਨੇ, ਠੀਕ ਹੈ ਨਾ। ਇਹ ਚੀਜ਼ ਜਿਹੜੀ ਨਾ, ਇਹ ਚੀਜ਼ ਤੁਹਾਡੇ ਬੈੱਡ ਜਿਹੜਾ ਨਾ ਖੁਸ਼ਕ ਹੋਣਾ ਚਾਹੀਦਾ। ਜ਼ਿਆਦਾਤਰ ਇਹ ਬੈੱਡ ਚੀਜ਼ ਖੁਸ਼ਕ ਹੋਣੀ ਚਾਹੀਦੀ ਹੈ ਇਹ ਵਾਲੀ, ਠੀਕ ਹੈ। ਨਮੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ, ਤੇ ਤਾਂ ਕਿ ਚੂਜ਼ੇ ਨੂੰ ਥੱਲੋਂ ਵੀ ਸੇਕ ਲੱਗੇ, ਥੱਲੋਂ ਵੀ ਹੀਟ ਮਿਲੇ। ਸਿਰਫ ਭੱਠੀ ਦੀ ਹੀਟ ਹੀ ਨਹੀਂ ਜ਼ਰੂਰੀ, ਜਿਹੜੀ ਫਰਸ਼ ਦੀ ਹੀਟ ਹੈ ਨਾ ਉਹ ਵੀ ਜ਼ਰੂਰੀ ਹੈਗੀ ਆ, ਠੀਕ ਹੈ ਨਾ। ਇਸ ਕਰਕੇ ਜਿਹੜਾ ਵੀਰਾਂ ਨੇ ਚੂਜ਼ਾ ਪਾਏ ਦਾ ਨਾ, ਉਹਨਾਂ ਨੂੰ ਇਹ ਚਾਹੀਦਾ ਕਿ ਬੈੱਡ ਨੂੰ ਖੁਸ਼ਕ ਰੱਖਣ। ਬੈੱਡ ਨੂੰ ਸਿਰਫ ਤੋ ਖੁਸ਼ਕ ਰੱਖਦਾ, ਤੇ ਤੁਹਾਡੀ ਮਿਹਰਬਾਨੀ ਹੈ। ਤੋ ਭਾਵੇਂ 2000 ਰੁਪਏ ਮਨ ਮਿਲੇ, 1500 ਰੁਪਏ ਮਨ ਮਿਲੇ, ਲੇਕਿਨ ਇਸਤੇਮਾਲ ਤੁਸੀਂ ਤੋ ਕਰਨਾ। ਜਿੱਥੋਂ ਵੀ ਲੱਭੇ ਲੱਭ ਲੈਣਾ। ਜੇ ਤੁਹਾਡਾ ਇਰਾਦਾ ਹੈ ਨਾ ਕਿ ਚੂਜ਼ਾ ਪਾਣਾ ਅਗਲੇ ਦਿਨਾਂ ਦੇ ਵਿੱਚ, ਤੇ ਫਿਰ ਹੁਣੇ ਤੋ ਲੈ ਕੇ ਖਰੀਦ ਕੇ ਰੱਖ ਲਵੋ, ਕਿਉਂਕਿ ਮਿਲਦਾ ਵੀ ਇਹਨਾਂ ਦਿਨਾਂ ਦੇ ਵਿੱਚ, ਉਸ ਤੋਂ ਬਾਅਦ ਨਹੀਂ ਮਿਲਦਾ ਹੈਗਾ। ਉਸ ਤੋਂ ਬਾਅਦ ਜੇ ਮਿਲੇ ਵੀ ਤੇ ਬੜੀ ਦੂਰੋਂ ਮਿਲਦਾ, ਤੇ ਫਿਰ ਮਹਿੰਗਾ ਮਿਲਦਾ। ਤੇ ਤੁਹਾਡੀ ਮਿਹਰਬਾਨੀ ਜੇ ਤੋ ਜਿਹੜਾ ਨਾ ਉਹ ਖਰੀਦ ਕੇ ਰੱਖ ਲਵੋ। ਇਹ ਦੇਖੋ ਉਸ ਜਗ੍ਹਾ ਤੋਂ ਮੈਂ ਤੁਹਾਨੂੰ ਬੈੱਡ ਚੈੱਕ ਕਰਵਾਇਆ ਨਾ, ਇਹ ਹੁਣ ਅਸੀਂ ਅੱਗੇ ਆ ਗਏ ਹਾਂ, ਇੱਥੇ ਵੀ ਤੁਹਾਨੂੰ ਮੈਂ ਚੈੱਕ ਕਰਵਾ ਰਿਹਾ। ਦੇਖੋ ਮਤਲਬ ਕਿ ਇੱਕ ਜੈਸਾ ਹੀ ਬੈੱਡ ਹੈ। ਭਾਈ ਬੱਗਾ ਐਵੇਂ ਨਹੀਂ ਤਾਰੀਫਾਂ ਕਰਦਾ, ਕੋਈ ਗੱਲ ਹੈ, ਠੀਕ ਹੈ ਨਾ। ਇਹ ਦੇਖੋ ਇਹ ਬੈੱਡ ਹੈ ਨਾ, ਸਾਰਾ ਮੇਰੇ ਹੱਥ ਨਾਲ, ਇਹ ਦੇਖੋ ਕੋਈ ਲੱਗੀ ਕੋਈ ਚੀਜ਼ਾਂ ਦੇ ਨਾਲ, ਠੀਕ ਹੈ ਨੀ, ਬਿਲਕੁਲ ਖੁਸ਼ਕ ਹੈ, ਹੱਥ ਵੀ ਖੁਸ਼ਕ ਹੈ, ਠੀਕ ਹੈ। ਇਹ ਸਾਰਾ ਦਾ ਸਾਰਾ ਤੋ ਵੀ ਖੁਸ਼ਕ ਹੈਗਾ, ਬੈੱਡ ਸਾਰਾ ਹੀ ਖੁਸ਼ਕ ਹੈ। ਦੇਖੋ ਤੁਸੀਂ ਕਿਸੇ ਪਾਸੇ ਨੂੰ ਵੀ ਤੁਰ ਜਾਓ, ਇਹ ਕਿਸੇ ਪਾਸੇ ਨੂੰ ਤੁਰ ਜਾਓ ਜਨਾਬ, ਸਾਰਾ ਦਾ ਸਾਰਾ ਬੈੱਡ ਇੱਕ ਜੈਸਾ ਆ, ਔਰ ਸਾਰਾ ਦਾ ਸਾਰਾ ਖੁਸ਼ਕ ਹੈਗਾ, ਠੀਕ ਹੈ ਨਾ। ਤੇ ਤੁਹਾਡੀ ਮਿਹਰਬਾਨੀ ਹੈ ਬੈੱਡ ਨੂੰ ਖੁਸ਼ਕ ਰੱਖਣਾ ਹੈ। ਬੈੱਡ ਦੀ ਵਜ੍ਹਾ ਤੋਂ ਜਨਾਬ ਚੂਜ਼ੇ ਨੂੰ ਬਿਮਾਰੀਆਂ ਉੱਠਦੀਆਂ ਨੇ, ਸਿੱਲੇ ਬੈੱਡ ਦੀ ਵਜ੍ਹਾ ਤੋਂ, ਠੀਕ ਹੈ ਨਾ। ਤੇ ਅੱਜ ਸਰਦੀ ਬਹੁਤ ਜ਼ਿਆਦਾ, ਤੁਹਾਨੂੰ ਪਤਾ ਕਿ ਮੈਂ ਖੁਦ ਵੀ ਕੋਟ ਪਾਇਆ ਦਾ, ਟੋਪੀ ਵੀ ਸਿਰ ਤੇ ਲਈ ਦੀ ਆ, ਤੇ ਚੂਜ਼ੇ ਕਿਉਂਕਿ ਅੱਜ ਰਾਤ ਸਰਦੀ ਬਹੁਤ ਜ਼ਿਆਦਾ ਹੋਈ ਆ, ਤੇ ਭੱਠੀ ਅਸੀਂ ਫਿਰ ਦੁਬਾਰਾ ਚਲਾ ਦਿੱਤੀ ਆ, ਠੀਕ ਹੈ ਨਾ। ਅਸੀਂ ਇਹ ਨਹੀਂ ਕੀਤਾ ਕਿ ਜਨਾਬ ਕਿ ਖੈਰ ਆ ਕੋਈ ਗੱਲ ਨਹੀਂ, ਲੇਕਿਨ ਅਸੀਂ ਭੱਠੀ ਫਿਰ ਦੁਬਾਰਾ ਚਲਾ ਦਿੱਤੀ ਆ। ਭੱਠੀ ਫਿਰ ਹੀਟ ਦੇ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਕਿ ਕਿੰਨੀ ਹੀਟ ਆ ਇਸ ਟਾਈਮ 28, ਠੀਕ ਹੈ ਨਾ। ਸਰਦੀ ਰਾਤ ਬਹੁਤ ਜ਼ਿਆਦਾ ਹੋਈ ਆ, ਜਿਹਦੇ ਕਰਕੇ ਅਸੀਂ ਫਿਰ ਦੁਬਾਰਾ ਭੱਠੀ ਦੀ ਜ਼ਰੂਰਤ ਪਈ, ਫਿਰ ਭੱਠੀ ਫਿਰ ਦੁਬਾਰਾ ਚਲਾ ਦਿੱਤੀ ਆ। ਬਾਲਣ ਅਸੀਂ ਫਾਲਤੂ ਰੱਖਿਆ ਦਾ, ਇਸੇ ਵਾਸਤੇ ਰੱਖਿਆ ਦਾ ਕਿ ਜਿਸ ਟਾਈਮ ਵੀ ਜ਼ਰੂਰਤ ਪਵੇ ਤੇ ਤਾਂ ਅਸੀਂ ਭੱਠੀ ਚਲਾ ਸਕੀਏ। ਲੋ ਭਾਜੀ ਬਾਬੇ ਹੋਣੀ ਜਨਾਬ ਬਰਤਨ ਜਿਹੜੇ ਤਾਂ ਚੁੱਕਦੇ ਪਏ ਨੇ। ਬਾਬਾ ਜੀ ਖੁਰਾਕ ਪੂਰੀ ਹੋ ਗਈ ਆ? ਹਾਂਜੀ ਖਾ ਲਈ ਇਹਨਾਂ ਨੇ? ਖੁਰਾਕ ਖਾ ਲਿਆ ਜੀ, ਹੁਣ ਚੁੱਕਣੇ ਨੇ ਤੇ 11 ਵਜੇ ਵਾਪਸੀ ਫਿਰ ਇਹਨਾਂ ਨੂੰ ਖੁਰਾਕ ਦੇਣੀ ਹੈ। 11 ਵਜੇ? 11 ਵਜੇ।
ਚਲੋ ਸਹੀ ਹੋ ਗਿਆ। ਕਿਉਂਕਿ ਡੱਬਾ ਨਾ ਚੁੱਕੋ ਤੇ ਇੱਕ ਤੇ ਖਰਾਕ ਖਰਾਬ ਕਰਦੇ ਨੇ, ਹਾਂ ਦੂਸਰਾ ਫਿਰ ਇਹਨਾਂ ਦਾ ਮਨ ਭਰ ਜੇ ਤੇ ਖਰਾਕ ਖਾਂਦੇ ਘੱਟ ਨੇ। ਖਾਂਦੇ ਘੱਟ ਨੇ, ਠੀਕ ਹੈ। ਭੁੱਖ ਲੱਗੀ ਹੋਏ ਨਾ ਤੇ ਫਿਰ ਖਰਾਕ ਨੂੰ ਪਾਣੀ ਨੂੰ ਬਹੁਤ ਫਿਰ ਸਪੀਡ ਨਾਲ ਖਾਂਦੇ ਨੇ ਸਪੀਡ ਨਾਲ। ਤੇ ਫਿਰ ਚੂਜ਼ਾ ਕਹਿੰਦੇ ਨੇ ਕਿ ਗਰੋ ਵੀ ਚੰਗਾ ਕਰਦਾ ਹੈ। ਹਾਂ ਫਿਰ ਚੂਚਾ ਗਰੋ ਬਹੁਤ ਕਰ, ਦੇਖੋ ਨਾ ਕੱਲ 150 ਦਿਨ ਫਰਕ ਹੁੰਦਾ ਜਾਂਦਾ, ਠੀਕ ਹੈ। ਛੋਟਾ ਛੋਟਾ ਹੀ ਹਾਂ 150 ਦਿਨ ਵੱਡਾ ਹੁੰਦਾ ਜਾਂਦਾ। ਹੋ ਰਿਹਾ। ਉਹ ਤਾਲਾ ਦੀ ਮਿਹਰਬਾਨੀ ਨਾਲ ਚੂਚਾ ਜਿਹੜਾ ਸ਼ੈੱਡ ਹੈ ਨਾ, ਹਾਂ ਉਹ ਦੁਪਹਿਰ ਨੂੰ ਖੋਲਣਾ ਪੈਂਦਾ, ਅੱਜ ਸਾਰਾ ਹੀ ਸਾਰਾ ਹੀ ਖੋਲਣਾ ਠੀਕ ਪੈਂਦਾ। ਹੈ। ਛਾਪਰ ਛੁਪਰ ਚੁੱਕ ਦਿੰਦੇ ਹੋ? ਛਾਪਰ ਚੁੱਕਦੀ ਦਾ ਫਿਰ ਸਾਰੇ ਹੀ ਫਿਰਦਾ, ਠੀਕ ਹੈ। ਬਾਹਰੋਂ ਕੁੜੀ ਲਾ ਦਿੰਦਾ ਹਾਂ ਤੇ ਫਿਰ ਸਾਰੇ ਹੀ ਖੇਡਦਾ। ਠੀਕ ਹੈ। ਉਹ ਫਿਰ ਜਿਹੜੇ ਰੱਖੀ ਦਾ ਨਾ ਡੱਬੇ, ਹਾਂ ਫਿਰ ਉਹ ਜਿਹਨੂੰ ਭੁੱਖ ਹੁੰਦੀ ਆ ਫਿਰ ਉਹ ਆਣ ਕੇ ਖਾਂਦਾ, ਬਾਕੀ ਜਿਹੜਾ ਰੱਜਾ ਹੁੰਦਾ ਉਹ ਫਿਰ ਚੱਲ ਜਾਂਦਾ। ਸਿਰ ਦਾ ਟੁਰਦਾ ਰਹਿੰਦਾ। ਤੇ ਸੁੱਕਾ ਬੈੱਡ, ਬਿਲਕੁਲ। ਜਿਹਦਾ ਬੈੱਡ ਸੁੱਕਾ, ਭੱਠੀ ਠੀਕ ਆ, ਹਾਂ ਹੀਟ ਠੀਕ ਆ, ਉਹ ਚੂਚਾ ਕਾਮਯਾਬ, ਕਾਮਯਾਬ, ਉਹ ਬੰਦਾ ਕਾਮਯਾਬ ਉਹ ਹੈ। ਬੰਦਾ ਕਾਮਯਾਬ। ਬਾਕੀ ਜਿਹੜੀਆਂ ਰਹੀਆਂ ਬਿਮਾਰੀ ਦੀਆਂ ਗੱਲਾਂ ਉਹ ਤੇ ਅਸੀਂ ਦੱਸਦੇ ਪਏ ਆ, ਦੇਖੋ ਬਿਮਾਰੀ ਉਹ ਨਾਲ ਨਾਲ ਟ੍ਰੀਟਮੈਂਟ ਹੁੰਦੀ ਪਈ ਆ, ਹੁੰਦੀ ਪਈ ਆ। ਉਹ ਤੁਸੀਂ ਕਰਦੇ ਪਿਓ, ਹਾਂ ਲੇਕਿਨ ਇਹ ਦੋ ਗੱਲਾਂ ਜਿਹੜੀਆਂ ਨੇ ਨਾ, ਹਾਂ। ਬਿਮਾਰੀ ਵੀ ਇਹਨਾਂ ਤੋਂ ਹੀ ਆਉਂਦੀ ਹੈ। ਇਹਨਾਂ ਤੋਂ ਹੀ ਆਉਂਦੀ ਹੈ, ਬਿਲਕੁਲ। ਅਗਰ ਬੈੱਡ ਗਿੱਲਾ ਹਾਂ ਜਰਾਸੀਮ ਆਏਗਾ, ਹਾਂ ਅਗਰ ਤੁਹਾਡੀ ਭੱਠੀ ਨਹੀਂ ਹੈ ਹਾਂ ਠੰਡ ਨਾਲ ਚੂਚਾ ਮਰੇਗਾ। ਹਾਂ ਉਹ ਬਿਮਾਰੀਆਂ ਵੀ ਇੱਥੋਂ ਤੋਂ ਹੀ ਆਉਂਦੀਆਂ ਨੇ ਪਈਆਂ। ਹਾਂ ਬਿਲਕੁਲ। ਸਾਡੇ ਚੂਚੇ ਨੂੰ ਅੱਲਾ ਦੀ ਮਿਹਰਬਾਨੀ ਨਾਲ ਕਰ ਛੜੀ ਆ, ਹਾਂ ਲੇਕਿਨ ਬਿਮਾਰੀ ਕੋਈ ਨਹੀਂ, ਹਾਂ ਲੇਕਿਨ ਇhtiyati ਤੌਰ ਤੇ ਕੀਤੀਆਂ ਜ਼ਰੂਰ ਨੇ। ਇਤਿਆਤਨ ਕਰ ਦਿੱਤੀ ਆ। ਹਾਂ ਠੀਕ ਹੈ। ਅਸਾਂ ਖਾਸ ਖਿਆਲ ਰੱਖਿਆ ਹੂੰ ਬੈੱਡ ਦਾ ਬੈੱਡ ਦਾ, ਔਰ ਅੱਗ ਦਾ, ਅੱਗ ਦਾ, ਠੀਕ ਹੈ ਜੀ। ਠੀਕ ਹੈ। ਹੀਟ ਤੀਆਂ ਤੋਂ ਥੱਲੇ ਨਹੀਂ ਆਉਣ ਦਿੱਤੀ। ਠੀਕ ਹੈ। ਤੇ ਇਹ ਆਪਣਾ ਪਹਿਲੇ ਤੇ ਜਦੋਂ ਬੱਚਾ ਸੀ ਹਾਂ ਉਦੋਂ ਆਹ 40 35 ਇੱਥੇ ਰੱਖੀ ਆ, ਠੀਕ ਹੈ। ਤੇ ਜਦੋਂ ਹੁਣ ਜਵਾਨ ਹੋ ਗਿਆ, ਹੁਣ ਕਮ ਸੋ ਕਮ ਜਿਹੜੀ ਹੈ ਨਾ ਉਹ 28 ਤੇ ਚਾਹੀਦੀ ਆ। ਚਾਹੀਦੀ ਹੈ। ਠੀਕ ਕਹਿੰਦੇ ਹੈ। ਨਾ 28 ਆ, ਚੂਚਾ ਖੇਡਦਾ ਪਿਆ, ਖੇਡਦਾ ਕੋਈ ਪਿਆ। ਮਸਲਾ ਨਹੀਂ। ਠੀਕ ਹੈ। ਅਤਿਆਤਨ ਅੱਗ ਲਾਈ ਆ, ਹਾਂ ਰਾਤੀ ਠੰਡ ਬਹੁਤ ਸੀ। ਠੀਕ ਹੈ। ਇੱਕ ਵਾਰੀ ਮੈਂ ਰਾਤੀ ਭੱਠੀ ਪਹਾਈ ਆ, ਹਾਂ ਤੇ ਮੈਂ ਮੁੰਡੇ ਨੂੰ ਆਖਿਆ, ਮੈਂ ਕਿਹਾ ਸਵੇਰ ਸਰਗੀ ਵਾਲੇ ਭੱਠੀ ਤਪਾ ਦੇਣੀ ਆ। ਦੁਬਾਰਾ ਤਾਂ ਪਾ ਦੇਣੀ ਆ। ਹਾਂ ਉਹਦੀ ਵਜ੍ਹਾ ਵੀ ਸਵੇਰ ਠੰਡ ਹੁੰਦੀ ਆ ਬੜੀ, ਹਾਂ ਚੂਚਾ ਇਕੱਠਾ ਹੁੰਦਾ, ਠੀਕ ਹੈ। ਉਹਨੂੰ ਠੰਡ ਨਾ ਲੱਗੇ। ਬਿਲਕੁਲ। ਬਾਕੀ ਅੱਲਾ ਖੈਰ ਕਰੇ, ਖਤਰੇ ਤੋਂ ਬਾਹਰ ਬਾਹਰ ਆ। ਜਦੋਂ ਦੋਸਤੋ ਭਾਈ ਇਹ ਬੱਗੇ ਹੋਣੀ ਵੀ ਇਹੋ ਗੱਲ ਕਹਿੰਦੇ ਨੇ ਕਿ ਬੈੱਡ ਤੁਹਾਡਾ ਖੁਸ਼ਕ ਹੋਣਾ ਚਾਹੀਦਾ, ਬੈੱਡ ਜਿਹੜਾ ਸਹੀ ਹੋਣਾ ਚਾਹੀਦਾ, ਔਰ ਬਾਬੇ ਉਹਨਾਂ ਦਾ ਵੀ ਇਹੋ ਤਜਰਬਾ ਹੋ ਗਿਆ ਕਿ ਜਨਾਬ ਬੈੱਡ ਸਾਫ਼ ਸੁਥਰਾ ਰਹੇਗਾ, ਖੁਸ਼ਕ ਰਹੇਗਾ ਤੇ ਜਨਾਬ ਚੂਜ਼ਾ ਤੰਦਰੁਸਤ ਰਹੇਗਾ। ਠੀਕ ਹੈ ਜੀ। ਤੇ ਦੋਸਤੋ ਭਾਈ ਤਾਰਕ ਆਏ ਦੇ ਸੀ ਸਾਡੇ ਕੋਲ, ਉਹਨਾਂ ਨਾਲ ਵੀ ਗੁਫ਼ਤਗੂ ਕੀਤੀ ਆ, ਠੀਕ ਹੈ ਨਾ, ਉਹ ਵੀ ਤੁਸੀਂ ਸੁਣ ਲਓ। ਜਿੱਦਾਂ ਦੋਸਤੋ ਅਸੀਂ ਦੋ ਐਕਸਪਰਟ ਬੰਦੇ ਨੇ ਜਿਹੜੇ ਸਾਡੇ ਕੋਲ ਮੌਜੂਦ ਨੇ। ਇੱਕ ਤਾਂ ਭਾਈ ਬੱਗਾ ਤੁਸੀਂ ਵੇਖਦੇ ਹੀ ਪਏ ਹੋ, ਠੀਕ ਹੈ ਜੀ, ਹਰ ਦਿਨ ਤੁਸੀਂ ਰੋਜ਼ਾਨਾ ਵੇਖਦੇ ਹੋ, ਠੀਕ ਹੈ ਨਾ। ਦੂਸਰਾ ਭਾਈ ਤਾਰਕ ਨੇ ਜਨਾਬ ਸਾਡੇ ਹੀ ਇਹਨਾਂ ਦੇ ਹੀ ਨਾਂ ਕੀ ਪੇਟੀ ਭਾਈ ਨੇ, ਇਹ ਇੱਥੋਂ ਤਕਰੀਬਨ 20-25 ਕਿਲੋਮੀਟਰ ਦੂਰ ਹੈਗੇ ਨੇ, ਠੀਕ ਹੈ ਨਾ। ਤੇ ਉੱਥੋਂ ਜਨਾਬ ਇਹ ਆਏ ਨੇ, ਇਹਨਾਂ ਕੋਲ ਅਸੀਂ ਵੀ ਮਸ਼ਵਰਾ ਇੱਕ ਲੈਣਾ ਹੈਗਾ। ਸਾਡੇ ਇੱਕ ਭਾਈ ਨੇ ਸਰਗੋਦੇ ਦੇ, ਠੀਕ ਹੈ ਭਾਈ ਜੀ, ਭਾਈ ਤਾਰਕ ਸਾਹਿਬ ਜੀ, ਭਾਈ ਬੱਗੇ ਨੇ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਸਮਝਾਇਆ। ਹਾਂਜੀ ਉਸ ਤੋਂ ਬਾਅਦ ਹੁਣ ਅਸੀਂ ਚਾਹੁੰਦੇ ਕਿ ਤੁਸੀਂ ਤੁਹਾਡੇ ਬੋਲ ਕੀ ਨੇ ਜੀ ਇਹਨਾਂ ਦੇ ਬੋਲ ਦੇ ਨਾਲ ਤੁਹਾਡੇ ਬੋਲ ਰਲਦੇ ਨੇ, ਜੀ ਕਿਉਂਕਿ ਤਜਰਬੇ ਹੁਣ ਦੋ ਹੀ ਇਕੱਠੇ ਕਰਨ ਲੱਗੇ ਆ, ਠੀਕ ਹੈ ਨਾ। ਪਹਿਲੇ ਸਾਡੇ ਕੋਲ ਇੱਕ ਬੰਦਾ ਸੀ, ਹੁਣ ਦੋ ਬੰਦੇ ਨੇ। ਅਸੀਂ ਵੇਖਨੇ ਕਿ ਇਹਨਾਂ ਦੀ ਹੀ ਗੱਲ ਸੁਣ ਲਈਦੀ, ਹੁਣ ਅਸੀਂ ਵੇਖਨੇ ਕਿ ਤੁਹਾਡੀ ਤੁਸੀਂ ਗੁਫ਼ਤਗੂ ਕਿਸ ਤਰ੍ਹਾਂ ਦੀ ਕਰਦੇ ਹੋ। ਜੀ ਅੱਛਾ ਸਾਨੂੰ ਦੱਸੋ, ਉਹਨਾਂ ਨੇ ਪਾਇਆ 1500 ਚੂਜ਼ਾ, ਜੀ ਹੁਣ ਤੱਕ ਉਹਨਾਂ ਦਾ ਚੂਜ਼ਾ 100 ਡਿੱਗ ਗਿਆ, ਸੀ ਜ਼ਾਇਆ ਹੋ ਗਿਆ। ਹਾਂਜੀ। ਹੁਣ ਦੱਸੋ ਕਿ ਉਹ ਵਜ੍ਹਾ ਕੀ ਹੈ? ਵਜ੍ਹਾ ਤੇ ਉਹ ਚ ਦੋ ਪਾਣੀ ਨੇ ਜੀ। ਹਾਂ ਇੱਕ ਤੇ ਮਾਲ ਜਾਂ ਬੀਪੀਆਰ ਦਾ ਹੋਏਗਾ ਜੀ, ਅੱਛਾ ਬੀਪੀਆਰ ਦਾ ਹੁੰਦਾ, ਜਾਂ ਮੁਰਗੀ ਹੁੰਦੀ ਹੈ ਸਰ, ਜਿਹੜੀ ਮੁਰਗੀ ਦਾ ਆਂਡਾ ਜਿਹੜਾ ਹੁੰਦਾ ਨਾ, ਜਿਹੜੀ ਸਟਾਰਟਿੰਗ ਮੁਰਗੀ ਆਂਡਾ ਕਰਦੀ ਹੈ, ਠੀਕ ਹੈ, ਉਹਦੇ ਵਿੱਚ ਵੀ ਜਿਹੜਾ ਆਂਡਾ ਛੋਟਾ ਹੁੰਦਾ ਨਾ, ਉਹ ਬੱਚਾ ਜ਼ਾਇਆ ਹੋ ਜਾਂਦਾ। ਉਹਨੂੰ ਬੀਪੀਆਰ ਹਾਂਜੀ ਉਹ ਨਹੀਂ ਬਚਦਾ ਉਹ ਨਹੀਂ ਬਚਦਾ। ਕਿਉਂਕਿ ਉਹ ਅਕਸਰ ਦੇਖਿਆ ਸੀ। ਹੂੰ। ਤੇ ਜਾਂ ਉਹ ਚ ਉਹਦੇ ਕੋਲ ਹੀੜ ਨਹੀਂ ਪੂਰੀ ਹੋ ਰਹੀ। ਅੱਛਾ, ਇਹ ਦੋ ਗੱਲਾਂ ਨੇ ਜ਼ਿਆਦਾ ਉਹ 'ਚ। ਉਹ ਇੰਨੀ ਗੱਲ ਕਹਿੰਦਾ ਕਿ ਯਾਰ ਮੇਰੇ ਕੋਲ ਮੈਨੂੰ ਮਾਲ ਬੀਪੀਆਰ ਦਿੱਤਾ, ਮੈਨੂੰ ਸਾਰੀ ਕੇਰ ਦੇ ਦਿੱਤੀ ਹੈ। ਨਹੀਂ ਸਾਰੀ ਨਹੀਂ ਹੋ ਸਕਦੀ, ਸਾਰੀ ਨਹੀਂ ਹੋ ਸਕਦੀ। ਸਾਰੀ ਨਹੀਂ ਹੋ ਸਕਦੀ ਸਰ। ਠੀਕ ਹੈ। ਹਾਂਜੀ ਬੀ ਪੇਰ ਜਿਹੜਾ ਨਾ, ਜੇ ਅਗਰ ਸਾਰਾ ਹੁੰਦਾ ਨਾ ਤੇ ਫਿਰ ਉਹ ਅੱਜ ਕਿੰਨੇ ਦਿਨ ਦਾ ਹੋ ਗਿਆ ਦਾ ਮਾਲ ਉਹਦਾ ਜਦ ਕੋਈ 13 ਚ ਦਿਨ ਦਾ ਹੋ ਗਿਆ ਸਰ ਜੀ, ਅੱਜ ਤੱਕ ਫਿਰ 11 ਦਿਨ ਦਾ ਅੱਧਿਓਂ ਜ਼ਿਆਦਾ ਜਾਨਵਰ ਜ਼ਾਇਆ ਹੋਏ ਨਾ ਹਾਂ। ਸੀ। ਬੀ ਪੇਰ ਦਾ ਜਿਹੜਾ ਨਾ, ਅੱਧਿਓਂ ਜ਼ਿਆਦਾ ਜਾਨਵਰ ਜ਼ਾਇਆ ਹੋਏ ਨੇ। ਅਗਰ ਸਾਰਾ ਬੀਪੀਆਰ ਹੁੰਦਾ। ਹਾਂਜੀ ਜੇ ਸਾਰਾ ਹੀ ਹੁੰਦਾ ਤੇ ਬੀ ਪੇਰ ਨਹੀਂ ਆ, ਜਿਹੜਾ ਬੀ ਪੇਰ ਜਾਨਵਰ ਹੈ ਨਾ ਜੀ, ਬਿਲਕੁਲ ਛੋਟਾ ਹੋਏਗਾ। ਹਾਂ ਹਾਂ ਉਹ ਬਿਲਕੁਲ ਛੋਟਾ ਹੀ ਹੰਝ ਹੁੰਦਾ, ਛੋਟਾ ਹੀ ਰਹੇਗਾ। ਉਹ ਆਪਣੀ ਨਜ਼ਰ ਚ ਪਹਿਲੇ ਜਦੋਂ ਜਾਨਵਰ ਛੱਡਦੇ ਆ ਨਾ ਅਸੀਂ, ਹਾਂ। ਉਦੋਂ ਹੀ ਨਜ਼ਰ ਆ ਜਾਂਦਾ ਵੀ ਇਹ ਬੀ ਪੇਰ ਹੈ ਤੇ ਇਹ ਮਸਨ ਏ ਗ੍ਰੇਡ। ਠੀਕ ਹੀ ਰੇਟ ਹੈ। ਹਾਂਜੀ ਠੀਕ ਹੈ। ਇਹਦਾ ਨਹੀਂ ਕਿ ਦੋ ਗੱਲਾਂ ਉਹਦੀਆਂ ਹੋ ਸਕਦੀਆਂ ਨੇ, ਹਾਂਜੀ, ਇੱਕ ਦੋ। ਤੇ ਇੱਕ ਮਾਲ ਨੂੰ ਜਿਹੜਾ ਬਰੀਕ ਮਿਲਿਆ, ਹਾਂਜੀ। ਇੱਕ ਤੇ ਉਹ ਵਜ੍ਹਾ ਆ, ਉਹ ਵਜ੍ਹਾ ਤੇ ਦੂਸਰੀ ਵਜ੍ਹਾ ਕੋ ਭਾਈ ਹੁਣ ਕੋਈ ਹੀਟ ਨਹੀਂ ਹੀਟ ਪੂਰੀ ਨਹੀਂ ਪੂਰੀ ਹੋ ਰਹੀ। ਉਹ ਸਾਨੂੰ ਵੀਡੀਓ ਬਣਾ ਕੇ ਭੇਜਦੇ ਨੇ, ਕਹਿੰਦੇ ਨੇ ਕਿ ਹੀਟ ਮੇਰੀ ਬਰਕਰਾਰ ਸਹੀ ਆ। ਅਗਰ ਦੇਖੋ ਕੋਈ ਬਰਕਰਾਰ ਉਹ ਪੂਰੇ ਉਸੇ ਟਾਈਮ ਰੱਖਦਾ ਜਾਂ ਉਹ ਵਿੱਚ ਵਿੱਚ ਰੱਖਦਾ। ਇਹੀ ਗੱਲ ਹੋਏਗੀ ਜਾਂ ਫਿਰ ਉਹ ਵਕਤ ਜਦੋਂ ਮਸਲ ਉਹਨੂੰ ਦੇਖਦਾ ਨਾ ਕਿ ਚੂਜ਼ਾ ਇਕੱਠਾ ਹੋ ਗਿਆ, ਹਾਂ। ਉਹਦੀ ਹੀਟ ਪੂਰੀ ਕਰ ਦਿੰਦਾ। ਕਰ ਦਿੰਦਾ, ਤੇ ਜਦੋਂ ਜਿੱਦਾਂ ਫਿਰ ਜਾਂਦਾ ਉਹ ਫਿਰ ਉਹੀ ਫੇਰੇ ਤੋਰੇ ਤੇ ਚੱਲ ਜਾਂਦਾ ਹੈਗਾ। ਹਾਂ ਹਾਂ
ਹਾਂਜੀ ਗੱਲ ਹੈ ਜੀ। ਜਿੰਨੀ ਵਾਰ ਵੀ ਫੋਨ ਕੀਤਾ ਨਾ ਕਿ ਭਾਈ ਜੀ ਵੀਡੀਓ ਭੇਜੋ ਤੇ ਉਹਨੇ ਕਿਹਾ ਜੀ ਮੈਂ 10 ਮਿੰਟ ਬਾਅਦ ਭੇਜਣਾ, ਤਾਂ ਮਤਲਬ ਕਿ ਬਾਹਰ ਹੁੰਦਾ ਹਾਂਜੀ ਇਹ ਸਰ ਜੀ ਮਾਸ਼ਾਅੱਲਾ ਆਪਣੇ ਦੇਖੋ ਭਾਈ ਹੁਣਾਂ ਨੇ ਵੀ ਚੂਜ਼ਾ ਪਾਲਿਆ ਨਾ। ਪਾਲਿਆ। ਹਾਂਜੀ ਇਹਨਾਂ ਦੇ ਕਿੰਨੇ ਕੁ ਮਾਸ਼ਾਅੱਲਾ ਆਪਣੇ ਮੈਂ ਉਦੋਂ ਦੇਖ ਕੇ ਤੇ ਦਿਲ ਖੁਸ਼ ਹੋਇਆ ਵੇਖ ਕੇ ਜਾਨਵਰਾਂ ਦਾ। ਠੀਕ ਅੱਜ ਹੈ। ਡਬਲ ਹੋ ਗਿਆ ਉਹ ਹਾਂਜੀ ਵਜ਼ਨ ਡਬਲ ਕਰ ਗਿਆ ਉਹਦੇ ਹਾਂਜੀ ਠੀਕ ਹੈ, ਲੇਕਿਨ ਇਹੀ ਵਜ੍ਹਾ ਕਿਉਂਕਿ ਉਹ ਭਾਈ ਹੁਣੀ ਸਿਰ ਤੇ ਰਹਿੰਦੇ ਨੇ, ਸਿਰ ਤੇ ਰਹਿੰਦੇ ਨੇ, ਵਿੱਚ ਹੀ ਰਹਿੰਦੇ ਨੇ, ਵਿੱਚ ਹੀ ਰਹਿੰਦੇ ਕਿ ਮਹੀਨਾ ਜਿਹੜਾ ਉਹ ਵਿੱਚ ਹੀ ਰਹਿਣੇ ਪੈਣਾ। ਵਿੱਚ ਹੀ ਰਹਿਣੇ ਪੈਂਦਾ। ਪ੍ਰੋਬਲਮ ਸਿਰਫ ਇਹ ਹੀ ਹੈ ਹੀਟ ਦੀ, ਜਾਂ ਚੂਜ਼ਾ ਜਿਹੜਾ ਹੀਟ ਯਾਨੀ ਕਿ ਕਦੇ ਘੱਟ ਹੋ ਜਾਂਦੇ ਕਦੀ ਵੱਧ ਹੋ ਜਾਂਦੀ, ਘੱਟ ਵੱਧ ਹੋ ਜਾਂਦੀ ਆ। ਹੋ ਜਾਂਦੀ ਆ। ਬਿਲਕੁਲ ਇਹੀ ਗੱਲ ਹੈ ਉਹਨਾਂ ਕੋਲ ਮਸ਼ਵਰਾ ਦਿਓ। ਸਰ ਜੀ ਹੁਣ ਮਸ਼ਵਰਾ ਤੇ ਮਾਸ਼ਾਅੱਲਾ ਇਹੀ ਹੈ ਕਿ ਹੁਣ ਦੇਖੋ ਅੱਲਾਹ ਕਰੇ ਧੁੱਪਾਂ ਨੇ ਮਾਸ਼ਾਅੱਲਾ ਹੁਣ ਲੱਗਣ ਲੱਗ ਪਈਆਂ ਨੇ। ਲੱਗਣ ਲੱਗ ਪਈਆਂ ਨੇ। ਇਸ ਤੋਂ ਪਿੱਛੇ ਚੱਲ ਜਾਓ ਨਾ, ਹਾਂ ਬਹੁਤ ਮਸਲਾ ਉਹ ਮਸਲਾ ਖਰਾਬ ਸੀ, ਹੁਣ ਇਹਨਾਂ ਦੀ ਮੈਂਟੈਲਿਟੀ ਰੁਕ ਜਾਏਗੀ। ਠੀਕ ਹੈ। ਦਿਨ ਬੇ ਦਿਨ ਜਿਹੜੀ ਹੈ ਨਾ ਘਟਦੀ ਜਾਏਗੀ, ਆ ਜਿਹੜੇ ਮਰਦੇ ਪਏ ਨੂੰ ਘੱਟਦੇ ਜਾਣਗੇ। ਘਟਦੇ ਜਾਣਗੇ ਹੁਣ। ਠੀਕ ਹੈ। ਜਿਹੜੇ ਹੁਣ ਮਸਲ ਨਾ ਇਹੀ 15-20 ਦਿਨ ਦੇ ਵਿੱਚ ਜਿਹੜੇ ਇਹਨਾਂ ਦਾ ਹੋਣਾ ਉਸ ਤੋਂ ਬਾਅਦ ਚੂਜ਼ਾ ਆਪਣੀ ਜਗ੍ਹਾ ਤੇ ਖਲੋ ਜਾ। ਠੀਕ ਹੋ ਗਿਆ। ਇਹੀ 10-15 ਦਿਨ ਹੀ ਜਾਨਵਰ ਜਿਹੜਾ ਨਾ ਮਸਲ ਘਿਰਦਾ ਹੁੰਦਾ ਹੈ। ਘਿਰਦਾ ਹੁੰਦਾ। ਹਾਂਜੀ 20 ਦਿਨ ਤੋਂ ਪਹਿਲੇ ਜਾਨਵਰ ਨੇ ਕਿਰਨਾ, 20 ਦਿਨ ਦੇ 21 ਮਿੰਟ ਜਿਸੇ ਚੱਲ ਜਾਂਦਾ ਜਾਨਵਰ ਕਿਰਨੋਂ ਬੰਦ ਹੋ ਜਾਂਦਾ। ਬੰਦ ਹੋ ਜਾਂਦਾ। ਕੋਈ ਹੈ ਟਾਵਾਂ ਜੇ ਕਿਤੇ ਕੋਈ ਸ਼ਾਂਤੀ ਬਿਲਕੁਲ ਕੋਈ। ਉਹਦੇ ਤੇ ਗੱਲ ਹੀ ਕੋਈ ਨਹੀਂ ਹੈ। ਹਾਂਜੀ ਕੋਈ ਬਿਲਕੁਲ ਇਸ ਤਰ੍ਹਾਂ। ਇੱਕ ਭਾਈ ਤੁਸੀਂ ਹਿੰਮਤ ਰੱਖੋ, ਹਿੰਮਤ ਹਾਂਜੀ। ਨਹੀਂ ਛੱਡਣੀ ਹੈਗੀ। ਇਸ ਕਰਕੇ ਕਿ ਸਾਨੂੰ ਜਦੋਂ ਸ਼ੁਰੂ ਅਸੀਂ ਭਾਈ ਬੱਗੇ ਕੋਲ ਆਉਣਾ ਸ਼ੁਰੂ ਕੀਤਾ ਸੀ ਤਾਂ ਭਾਈ ਬੱਗੇ ਨੇ ਇੰਨੀ ਗੱਲ ਕਹੀ ਸੀ ਕਿ ਜਿਸ ਬੰਦੇ ਨੇ ਇੱਕ ਦਿਨ ਦਾ ਚੂਜ਼ਾ ਪਾਉਣਾ ਹੈ ਨਾ, ਉਹਦਾ 150-200 ਚੂਜ਼ਾ ਜ਼ਾਇਆ ਹੁੰਦਾ ਜ਼ਾਇਆ ਹੋ ਜਾਂਦਾ, ਬਿਲਕੁਲ। ਹੋ ਜਾਂਦਾ, ਧੱਕੇ ਨਾਲ ਹੋ ਧੱਕੇ ਨਾਲ ਹੋ ਜਾਂਦਾ। ਜਾਂਦਾ। ਕੋਈ ਐਕਸਪਰਟ ਬੰਦਾ ਹੈਗਾ ਹਾਂਜੀ। ਜਿਹੜਾ ਕੋਈ ਇਹਨੂੰ ਸਾਂਭ ਸਕਦਾ ਆ। ਬਿਲਕੁਲ। ਠੀਕ ਹੈ ਨਾ। ਤੇ ਜੇ ਨਵੇਂ ਬੰਦੇ ਕੋਲ ਹੋਏ ਜਾਂ ਪੁਰਾਣਾ ਬੰਦਾ ਵੀ ਹੋਏ, ਉਹਦਾ 150 ਚੂਜ਼ਾ ਜਿਹੜਾ ਜ਼ਾਇਆ ਹੁੰਦਾ ਹੀ ਹੁੰਦਾ। ਹੁੰਦਾ ਹੀ। ਤੇ ਤੁਸੀਂ ਦਿਲ ਨਹੀਂ ਛੱਡਣਾ, ਹਿੰਮਤ ਨਹੀਂ ਛੱਡਣੀ। ਠੀਕ ਹੈ। ਅਸੀਂ ਤੁਹਾਡੇ ਕੋਲ ਯਾਰ ਆ ਨਹੀਂ ਸਕਦੇ ਇਸ ਕਰਕੇ ਕਿ ਬਈ ਜਾਨ ਸਫਰ ਬਹੁਤ ਜ਼ਿਆਦਾ, ਸਾਰੇ ਬੰਦੇ ਆਪਣੀ ਜਗ੍ਹਾ ਤੇ ਮਸਰੂਫ ਹੈ। ਅਸੀਂ ਤੁਹਾਨੂੰ ਵੀਡੀਓ ਵਿੱਚ ਸਮਝਾ ਸਕਨੇ ਆ। ਹੋਰ ਐਕਸਪਰਟ ਬੰਦੇ ਨਾਲ ਆਏ ਆਪਣੇ ਇੱਧਰ ਹਾਜੀ ਲਿਆਕਤ ਸਾਹਿਬ ਨੇ, ਉਹਨਾਂ ਨਾਲ ਵੀ ਜਾ ਕੇ ਗੱਪਸ਼ਪ ਲਾ ਕੇ ਨਾ ਤੁਹਾਨੂੰ ਉਹਨਾਂ ਦੇ ਵੀ ਕੋਈ ਜਿਹੜੀ ਵੀ ਕੋਈ ਗੁਫ਼ਤਗੂ ਹੋਏਗੀ ਉਹ ਵੀ ਤੁਹਾਨੂੰ ਤੁਹਾਡੇ ਨੂੰ ਮਸ਼ਵਰਾ ਦਵਾ ਲਾਂਗੇ ਕਿ ਜਨਾਬ ਇਸ ਬੰਦੇ ਦਾ ਇਹ ਮਸਲਾ ਆ ਤੇ ਦੱਸੋ ਕੀ ਕਰੇ। ਤੇ ਭਾਈ ਜਾਨ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਥੋੜਾ ਟਾਈਮ ਆਪ ਵੀ ਦਿਓ ਵਿੱਚ। ਹਾਂਜੀ ਧਿਆਨ ਦਿਓ। ਹੀਟ ਜਿਹੜੀ ਨਾ ਬਰਕਰਾਰ ਰੱਖੋ, ਲੈਵਲ ਰੱਖੋ ਹੀਟ ਦਾ। ਠੀਕ ਹੈ ਨਾ। ਉਹ ਭਾਈ ਹੁਣੀ ਜ਼ਿਆਦਾ ਇਹੀ ਕਹਿੰਦੇ ਨੇ ਕਿ ਜਨਾਬ ਹੀਟ ਦੀ ਵਜ੍ਹਾ ਤੋਂ ਹੀ ਮਰਦਾ ਪਿਆ, ਹੀਟ ਦੀ ਵਜ੍ਹਾ ਤੋਂ ਮਰਦਾ ਪਿਆ। ਮਾਲ ਅਗਰ ਬੇਸ਼ੱਕ ਛੋਟਾ ਹੋਏ ਲੇਕਿਨ ਉਹ ਸਾਰਾ ਛੋਟਾ ਨਹੀਂ ਹੁੰਦਾ ਹੈਗਾ। ਹਾਂਜੀ ਸਾਰਾ ਨਹੀਂ ਹੁੰਦਾ ਬਿਲਕੁਲ। ਸਾਰਾ ਛੋਟਾ ਹੁੰਦਾ। ਅੱਛਾ ਇੱਕ ਚੀਜ਼ ਸਾਨੂੰ ਹੋਰ ਦੱਸ ਦਵੋ ਕਿ A ਗ੍ਰੇਡ ਜਿਹੜਾ ਮਾਲ ਹੁੰਦਾ ਉਹ ਕਿੰਨਾ ਗ੍ਰਾਮ ਦਾ ਹੁੰਦਾ? ਇਹ 40-45 ਗ੍ਰਾਮ ਬਸ। ਯਾਨੀ ਕਿ ਜਿਹੜਾ ਦੇਸੀ ਚੂਜ਼ਾ ਆ A ਗ੍ਰੇਡ ਦਾ B ਗ੍ਰੇਡ ਦਾ ਜਿਹੜਾ ਉਹ ਸਾਰਾ 45 ਗ੍ਰਾਮ 40-45 ਗ੍ਰਾਮ ਹੈਗਾ। ਹਾਂਜੀ, ਇੱਕ ਸਾਡੇ ਦਾ ਮਿਲਿਆ। ਐਕਸਪਰਟ ਇੱਕ ਸਾਡੇ ਜਿਹੜੇ ਅੱਛਾ ਜੀ। ਬੰਦੇ ਉਹਨੂੰ 30-32 ਗ੍ਰਾਮ ਦਾ ਮਿਲਿਆ। ਉਹ ਸਰ ਫਿਰ ਮਿਲਿਆ ਤਾਂ ਉਹਨੂੰ ਇਹੀ ਆ ਕਿ ਜਿਹੜੀ ਮੁਰਗੀ ਬੱਗਾ ਜੀ ਹੁੰਦੀ ਹੈ ਨਾ ਸਟਾਰਟ ਉਹਦਾ ਨਾਂ ਇਹਨਾਂ ਨਾਂ ਆਂਡੀਆਂ ਹੁੰਦੀਆਂ ਨੇ, ਉਹ ਆਂਡਾ ਵੀ ਨਹੀਂ ਆਂਡੀਆਂ ਹੁੰਦੀਆਂ ਨੇ। ਧੋਖਾ ਨਾ ਕੀਤਾ ਜੀ। ਹਾਂਜੀ ਉਹ ਬੱਚਾ ਉਹਨੂੰ ਉਸ ਚੀਜ਼ ਦਾ ਮਿਲਿਆ ਗਿਆ ਦਾ। ਧੋਖਾ ਹੋਇਆ ਉਹਦੇ ਨਾਲ। ਧੋਖਾ ਹੋਇਆ। ਭਾਈ ਹੁਣੀ ਕਹਿੰਦੇ ਨੇ, ਭਾਈ ਹੁਣੀ ਵੀ ਕਹਿੰਦੇ ਨੇ ਕਿ ਜਨਾਬ ਦੇਸੀ 골ਡਨ ਫਾਰਮ ਜਿਹੜਾ ਚੂਜ਼ਾ ਨਾ ਉਹ 40-35-40 ਗ੍ਰਾਮ ਦਾ ਚੂਜ਼ਾ ਹੁੰਦਾ। ਇੱਕ ਭਾਈ ਨੇ ਉਹ ਸਾਨੂੰ ਕਮੈਂਟ ਕਰਦੇ ਨੇ ਕਿ ਜਨਾਬ 40 ਗ੍ਰਾਮ ਦਾ ਦੇਸੀ 골ਡਨ ਮਿਸ਼ਰੀ ਚੂਜ਼ਾ ਨਹੀਂ ਹੁੰਦਾ, ਉਹ ਪੋਲਟਰੀ ਦੂਸਰਾ ਹੁੰਦਾ ਫਾਰਮੀ। ਨਹੀਂ ਸਰ ਹਾਂ 40 ਮਸਲ ਦੇਸੀ ਹੁੰਦਾ ਹੈ। ਦੇਸੀ ਹੁੰਦਾ। ਹਾਂਜੀ। ਜਿਹੜਾ ਇੱਕ ਦਿਨ ਦਾ ਉਹ ਦੇਸੀ ਹੁੰਦਾ ਹੈ। ਬਿਲਕੁਲ ਹੁੰਦਾ ਹੈ। ਜੀ ਭਾਈ ਜਾਨ ਹੁਣੇ ਤੁਹਾਡੀ ਮਸਲ ਗੱਲ ਕਰਾ ਦਿੰਨੇ ਆ ਆਪਣੇ ਹੈਚਰੀ ਵਾਲੇ ਬੰਦੇ ਨਾਲ ਠੀਕ ਹੈ। ਵੀ ਮਸਲ ਦੇਸੀ ਚੂਜ਼ਾ ਕਿੰਨੇ ਗ੍ਰਾਮ ਦਾ ਹੁੰਦਾ? ਕਿੰਨੇ ਗ੍ਰਾਮ ਦਾ ਇੱਕ ਦਿਨ ਦਾ? ਹਾਂਜੀ A ਗ੍ਰੇਡ ਦਾ ਤੇ B ਗ੍ਰੇਡ ਦਾ ਤੇ C ਗ੍ਰੇਡ ਦਾ ਹਾਂਜੀ ਸਾਰੇ ਉਹ ਦੱਸ ਦਿੰਦੇ ਨੇ। ਮੈਂ ਹੁਣੇ ਤੁਹਾਨੂੰ ਕਨਫਰਮ ਕਰ ਦੇਣਾ ਸਰ। ਜੀ ਭਾਈ ਜਾਨ ਅਸੀਂ ਜਨਾਬ ਬਿਲਕੁਲ ਗ੍ਰੇਡ ਆ। ਭਾਈ ਬੱਗਾ ਜੀ ਸਾਨੂੰ ਦੱਸਦੇ ਸੀ ਕਿ ਜਨਾਬ 40 ਗ੍ਰਾਮ ਦਾ। ਅਸੀਂ ਵੀ ਤੁਹਾਡੀ ਕਮੈਂਟ ਦੇ ਉੱਤੇ ਥੋੜਾ ਜਿਹਾ ਰਿਪਲਾਈ ਇਸ ਲਈ ਨਹੀਂ ਦਿੱਤਾ ਕਿ ਪਹਿਲੇ ਅਸੀਂ ਕਨਫਰਮ ਕਰ ਲਈਏ। ਦੇਖੋ ਦੋ ਬੰਦੇ ਸਾਡੇ ਕੋਲ ਮੌਜੂਦ ਨੇ ਜਿਹੜੇ ਕੰਮ ਕਰਦੇ ਪਏ ਨੇ। ਠੀਕ ਹੈ ਜੀ। ਕਿ ਉਹਨਾਂ ਕੋਲ ਕਨਫਰਮ ਕਰ ਲਈਏ ਕਿ ਆਇਆ ਕਿ 40 ਗ੍ਰਾਮ ਦਾ ਚੂਜ਼ਾ ਹੁੰਦਾ ਦੇਸੀ ਦਾ ਜਾਂ ਨਹੀਂ ਹੁੰਦਾ। ਨਹੀਂ ਭਾਰਾ ਹੁੰਦਾ। ਠੀਕ ਹੈ ਜੀ। ਚਲੋ ਘੱਟ ਤੋਂ ਘੱਟ 40 ਤੇ ਹੁੰਦਾ ਹੀ ਆ ਨਾ। ਅਸੀਂ ਤਾਂ 40 ਬੋਲਿਆ ਸੀ ਨਾ ਕਿ ਜਨਾਬ A ਗ੍ਰੇਡ ਦਾ ਜਿਹੜਾ ਮਾਲ ਆ ਉਹ 40 ਗ੍ਰਾਮ ਤੋਂ ਘੱਟ ਨਹੀਂ ਹੁੰਦਾ। ਠੀਕ ਹੈ ਜੀ। ਅਸੀਂ ਮਤਲਬ ਕਿ ਆਪਣੀ ਗੱਲ ਤੇ ਸੱਚ ਆ, ਅਸੀਂ ਸੱਚ ਆ। ਸਾਡੇ ਕੋਲ ਦੋ ਬੰਦੇ ਮੌਜੂਦ ਨੇ ਔਰ ਉਸ ਤੋਂ ਬਾਅਦ ਅਸੀਂ ਹਾਜੀ ਦੀ ਸੀਰ ਸਾਹਿਬ ਨਾਲ ਵੀ ਗੱਲ ਕਰਾਂਗੇ, ਗੁਫ਼ਤਗੂ ਕਰਾਂਗੇ। ਉਹਨਾਂ ਕੋਲ ਵੀ ਅਸੀਂ ਕਨਫਰਮ ਕਰਾਂਗੇ ਬਾਈ ਜੀ ਜਿਹੜਾ ਦੇਸੀ ਚੂਜ਼ਾ 골ਡਨ ਇੱਕ ਦਿਨ ਦਾ ਉਹ 40 ਗ੍ਰਾਮ ਦਾ ਹੁੰਦਾ ਜਾਂ ਨਹੀਂ ਹੁੰਦਾ ਹੈਗਾ। ਠੀਕ ਹੈ ਦੋਸਤੋ। ਤੇ ਦੋਸਤੋ ਕਿਸ ਤਰ੍ਹਾਂ ਲੱਗੀ ਜੀ ਵੀਡੀਓ ਅਗਰ ਅੱਛੀ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਕੋਈ ਵੀ ਤੁਹਾਡਾ ਕਮੈਂਟ ਹੋਵੇ ਤੇ ਨਾਲ ਕਮੈਂਟ ਜ਼ਰੂਰ ਸਾਨੂੰ ਕਰਨਾ ਜੀ। ਅਸੀਂ ਭਾਈ ਬੱਗੇ ਕੋਲ ਪੁੱਛ ਕੇ ਤੁਹਾਨੂੰ ਜ਼ਰੂਰ ਉਹਦਾ ਸਵਾਲ ਦਾ ਜਵਾਬ ਦੇਵਾਂਗੇ। ਔਰ ਕੱਲ ਅਸੀਂ ਭਾਈ ਬੱਗੇ ਕੋਲ ਨਹੀਂ ਆਣਾ। ਅਸੀਂ ਭਾਈ ਕੱਲ ਤੁਹਾਨੂੰ ਦੱਸਣਾ ਜਨਾਬ ਇਹ ਆਪਣਾ 25 ਦਿਨ ਦਾ ਖਰਚਾ। ਠੀਕ ਹੈ। ਚੂਜ਼ੇ ਦਾ ਇੱਕ ਦਿਨ ਤੋਂ ਲੈ ਕੇ 25 ਦਿਨਾਂ ਤੱਕ ਜਿਹੜਾ ਖਰਚਾ ਸਾਡਾ ਹੋਇਆ ਨਾ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਤਾਂ ਕਿ ਤੁਹਾਨੂੰ ਇਲਮ ਹੋਣਾ ਚਾਹੀਦਾ ਕਿ ਨਾ ਚੂਜ਼ਾ ਇੰਨਾ ਕੁਝ ਖਾ ਰਿਹਾ ਵਾ ਤੇ ਇੰਨੇ ਪੈਸੇ ਉਹਦੇ ਤੇ ਲੱਗਦੇ ਨੇ ਨਾ 1000 ਚੂਜ਼ੇ ਤੇ ਇੰਨੇ ਪੈਸੇ ਲੱਗਦੇ। ਕਿਉਂਕਿ ਜ਼ਿਆਦਾਤਰ ਕਮੈਂਟ ਸਾਨੂੰ ਇਹੀ ਆਉਂਦੇ ਨੇ ਕਿ ਨਾ ਕਿੰਨਾ ਖਰਚਾ ਆਉਂਦਾ ਤੇ ਕੱਲ ਅੱਲਾ ਦੇ ਕਰਮੋ ਫਜ਼ਲ ਨਾਲ ਸਾਡੇ ਅੱਜ 25ਵਾਂ ਦਿਨ ਆ। ਕੱਲ 25 ਦਿਨ ਪੂਰੇ ਹੋ ਜਾਣੇ ਨੇ ਤੇ 25 ਦਿਨਾਂ ਤੱਕ ਇੱਕ ਦਿਨ ਤੋਂ ਲੈ ਕੇ 25 ਦਿਨਾਂ ਤੱਕ ਕੀ ਖਰਚਾ ਅਸੀਂ ਕਰ ਚੁੱਕੇ ਹਾਂ ਆਪਣੇ 1000 ਚੂਜ਼ੇ ਦੇ ਉੱਤੇ ਉਹ ਅਸੀਂ ਤੁਹਾਡੇ ਨਾਲ ਕੱਲ ਸ਼ੇਅਰ ਕਰਾਂਗੇ। ਇਸ ਦੇ ਨਾਲ ਅਸੀਂ ਇਜਾਜ਼ਤ ਚਾਹਾਂਗੇ। ਅੱਲਾ ਹਾਫਿਜ਼।